श्री वाहिगुरु जी। गुरु नानक पाद सिमरो अंगद गुर अमरदास श्री गुरु रामदास गुरु अर्जन बेघनन के बेघनन हर गोबिंद शुभ श्री हर राय हर जोरी श्री हर कृष्ण मनाओ बहोरी एक बहादुर परम कृपाला जी परम कृपाला श्री गुरु गोबिंद सिंह बेसाला तरा पर पुन पुन सीसा जी पुन पुन सीसा बंदो बार बार जगदीसा कंकार सतगुरु ते प्रसाद सच होए वाहिगुरु जी की फतेह है विघ्न विनाशन सोए जिसमें है अमृत ज्ञान है माणक भगत वैराग गुरु ग्रंथ साहिब उदद बंदों कर अनुराग गुरु ग्रंथ साहिब उदद बंदों कर अनुराग सतनाम श्री वाहिगुरु साहिब जीओ दोहरा साखी तारा सिंह की सुन सो बुद्ध निधान बाएं डल मद सिंह पयो बुट्टर गोत प्रधान। वाहिगुरु जी का खालसा वाहिगुरु जी की फतेह। परम सत्कार योग सम्मान योग गुरु की साजी और नवाजी हुई गुरु का खास रूप गुरु खालसा साध संगत जीओ वड्डियां भागां वाले हो कि निता प्रति सतगुरां दे पवित्र चरनां च इकत्र हो के हाजरियां भर के आप जी अपने जीवन दियां घड़ियां गुरु लेखे ला के सफला कर दे। श्री गुर पंथ प्रकाश दी चल रही लड़ीवार कथा बहुत ही अदब ते सत्कार सहित आप जी सरवण कर रहे। गंगू शाहियां दा प्रसंग आप जी ने पिछे सुनिया। हिंदालियां दा जिन्हां नूं निरंजनीए कहिंदे ने चंडियाले दे रहण वाले उन्हां निरंजनीआं दीआं जिहड़ियां करतूतां सन
ਜਿਵੇਂ ਉਹਨਾਂ ਨੇ ਪੰਥ ਨਾਲ ਵੀ ਵਿਰੋਧ ਕੀਤਾ ਹੈ, ਉਹ ਕਥਾ ਵੀ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ। ਅੱਜ ਇੱਕ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਇੱਕ ਮਹਾਨ ਸਿਰਲਥ ਯੋਧੇ ਬਹਾਦਰ ਦਾ, ਬਾਬਾ ਤਾਰਾ ਸਿੰਘ ਜੀ ਵਾਂ ਨਿਹੰਗ ਸਿੰਘ, ਕਿਵੇਂ ਬਹਾਦਰੀ ਨਾਲ ਲੜੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਤੇ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ। ਇਕਾਗਰਤਾ ਸਹਿਤ ਗੁਰੂ ਪੰਥ ਦਾ ਇਤਿਹਾਸ ਸਰਵਣ ਕਰੀਏ। ਹਾਜ਼ਰੀਆਂ ਲਵਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਤਾਰਾ ਸਿੰਘ ਕੀ ਸੁਨ ਸੋ ਬੁੱਧ ਨਿਧਾਨ। ਹੁਣ ਸਾਖੀ ਸੁਣੋ ਤੁਸੀਂ ਭਾਈ ਤਾਰਾ ਸਿੰਘ ਵਾਂ ਦੀ। ਹੈ ਬੁੱਧੀ ਨਿਧਾਨ, ਯਾਨੀ ਕਿ ਸ੍ਰੇਸ਼ਟ ਬੁੱਧੀ ਵਾਲਿਓ, ਗੁਰਮੁਖੋ ਸਰੋਤਾ ਜਨੋ, ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਮੈਂ ਤੁਹਾਨੂੰ ਬਾਬਾ ਤਾਰਾ ਸਿੰਘ ਵਾਂ ਦੀ ਕਥਾ ਸਰਵਣ ਕਰਾਉਂਦਾ ਹਾਂ। ਬਾਏ ਡਲ ਮਦ ਸਿੰਘ ਪਇਓ ਬੁੱਟਰ ਗੋਤ ਪ੍ਰਧਾਨ। ਵਾਂ ਪਿੰਡ ਦੇ ਰਹਿਣ ਵਾਲੇ ਸਨ ਤੇ ਡਲ ਤੇ ਵਾਂ ਦੇ ਵਿਚਕਾਰ ਇਹਨਾਂ ਦਾ ਡੇਰਾ ਸੀ। ਦੋਵੇਂ ਪਿੰਡ ਨੇ, ਡਲ ਤੇ ਵਾਂ, ਦੋਨਾਂ ਦੇ ਵਿਚਕਾਰ। ਹੁਣ ਹੈ ਤਾਂ ਵਾਂ ਪਿੰਡ ਦੇ ਸੀ, ਪਰ ਦੋਨਾਂ ਪਿੰਡਾਂ ਦੀ ਹੱਦ ਨੇੜੇ ਨੇੜੇ ਹੋਣ ਕਰਕੇ ਵਿੱਚ ਇਹਨਾਂ ਦਾ ਡੇਰਾ ਸੀ। ਬੁੱਟਰ ਗੋਤ ਦੇ ਧਾਰਨੀ ਸਨ ਬਾਬਾ ਤਾਰਾ ਸਿੰਘ ਜੀ ਵਾਂ। ਛਪੇ ਚੰਦ ਹਠੀ ਤਪੀ ਜਤਵਾਨ, ਰਹਿਤ ਵੈ ਰਹੇ ਸੋ ਚੰਗੀ। ਇਹੋ ਜਿਹੇ ਸਨ ਬਾਬਾ ਤਾਰਾ ਸਿੰਘ ਜੀ। ਹੁਣ ਉਹਨਾਂ ਦਾ ਵਰਣਨ ਕਰਦੇ ਨੇ, ਕਹਿੰਦੇ ਬਾਬਾ ਤਾਰਾ ਸਿੰਘ ਜੀ ਹਠੀ ਵੀ ਸੀ। ਹੱਠ ਕਰ ਲੈਣਾ, ਹਠੀ ਦਾ ਮਤਲਬ ਹੁੰਦਾ ਵੀ ਜਪ ਤਪ ਵਾਸਤੇ ਹੱਠ ਕਰਨਾ, ਬਾਣੀ ਪੜ੍ਹਨ ਵਾਸਤੇ ਹੱਠ ਕਰਨਾ। ਹਠੀ ਵੀ ਨੇ, ਤਪੀ ਵੀ ਨੇ। ਅਰਦਾਸ ਵਿੱਚ ਆਪਾਂ ਰੋਜ਼ ਕਹਿੰਦੇ ਹਠੀਆਂ, ਜਪੀਆਂ, ਤਪੀਆਂ। ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ। ਉਹ ਹਠੀਆਂ ਵਿੱਚੋਂ ਬਾਬਾ ਤਾਰਾ ਸਿੰਘ ਜੀ ਵੀ ਆਉਂਦੇ ਆ ਹਠੀ, ਉਹਨਾਂ ਦਾ ਵੀ ਜ਼ਿਕਰ ਹੈ। ਤੋ ਹਠੀ ਵੀ ਨੇ, ਤਪੀ ਵੀ ਨੇ, ਜਾਤਵਾਨ ਜਤੀ ਵੀ ਨੇ, ਵਿਅੰਗਮ ਸਨ। ਰਹਿਤ ਵਹਿ ਰਹਿ ਸੋ ਚੰਗੀ, ਜਿਹੜੀ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਸ੍ਰੇਸ਼ਟ ਰਹਿਣੀ ਹੈ ਨਾ, ਉਸ ਰਹਿਣੀ ਦੇ ਧਾਰਨੀ ਨੇ ਬਾਬਾ ਤਾਰਾ ਸਿੰਘ ਜੀ। ਰਹਿਤ ਮਰਿਆਦਾ ਚ, ਰਹਿਣੀ ਬਹਿਣੀ ਚ ਪੱਕੇ, ਕੋਈ ਢਿੱਲ ਮੱਠ ਨਹੀਂ ਸੀ ਰਹਿਣੀ ਬਹਿਣੀ ਚ। ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਸਨ। ਨੀਲ ਬਸਤਰ ਤਨ ਸਜੇ, ਸਜੇ ਤਨ ਸ਼ਸਤਰ ਜੰਗੀ। ਸਰੀਰ ਉੱਤੇ ਨੀਲੇ ਰੰਗ ਦਾ ਬਾਣਾ ਧਾਰਨ ਕਰਦੇ ਸੀ। ਖਾਲਸੇ ਦੀ ਜਦੋਂ ਸਤਿਗੁਰੂ ਕਲਗੀਧਰ ਨੇ ਸਾਜਨਾ ਕੀਤੀ ਹੈ ਨਾ, ਪੰਜਾਂ ਦੀ ਚੋਣ ਕੀਤੀ ਹੈ, ਪੰਜਾਂ ਨੂੰ ਨੀਲੇ ਰੰਗ ਦਾ ਬਾਣਾ ਧਾਰਨ ਕਰਵਾਇਆ। ਇਹ ਇਤਿਹਾਸਕ ਗ੍ਰੰਥਾਂ 'ਚ ਜ਼ਿਕਰ ਆਉਂਦਾ। ਤੋ ਨੀਲੇ ਰੰਗ ਦਾ ਬਾਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਧਾਰਿਆ। ਤੋ ਜਿਹੜੀਆਂ ਇਹ ਫੌਜਾਂ ਹਨ ਮਹਾਰਾਜ ਜੀ ਦੀਆਂ ਲਾਡਲੀਆਂ, ਉਹ ਵੀ ਨੀਲੇ ਰੰਗ ਦਾ ਬਾਣਾ ਧਾਰਨ ਕਰਦੇ ਆ। ਇਹ ਬਾਬਾ ਫਤਿਹ ਸਿੰਘ ਕੇ ਜਥੇ ਸਿੰਘ। ਤੋ ਬਾਬਾ ਤਾਰਾ ਸਿੰਘ ਜੀ ਵਾਂ ਨੀਲੇ ਰੰਗ ਦਾ ਬਾਣਾ ਧਾਰਨ ਕਰਦੇ ਨੇ ਤੇ ਸਰੀਰ ਦੇ ਉੱਤੇ ਸ਼ਸਤਰ, ਜਿਹੜੇ ਜੰਗੀ ਸ਼ਸਤਰ ਨੇ, ਉਹ ਸ਼ਸਤਰ ਆਪਣੇ ਸਰੀਰ ਤੇ ਸਜਾ ਕੇ ਰੱਖਦੇ ਨੇ। ਹਾਂਜੀ, ਗੁਰਬਾਣੀ ਹਿਤ ਰਖੇ, ਸਿਦਕ ਗੁਰ ਚਰਨਨ ਧਾਰੇ। ਸ਼ਸਤਰ ਧਾਰੀ ਸਨ ਬਾਬਾ ਤਾਰਾ ਸਿੰਘ ਜੀ। ਗਾਤਰੇ ਸ਼੍ਰੀ ਸਾਹਿਬ ਰੱਖਣੀ, ਕਟਾਰ ਰੱਖਣੀ,
ਬੰਦੂਕ ਰੱਖਣੀ, ਬਰਛਾ ਰੱਖਣਾ, ਏਦਾਂ ਸ਼ਸਤਰਧਾਰੀ ਸੀ। ਜਿੱਥੇ ਸ਼ਸਤਰਧਾਰੀ ਨੇ, ਬਾਣੇ ਦੇ ਧਾਰਨੀ ਨੇ, ਉੱਥੇ ਬਾਣੀ ਦੇ ਵੀ ਧਾਰਨੀ ਨੇ। ਦੋ ਚੀਜ਼ਾਂ ਨੇ, ਬਾਣੀ ਤੇ ਬਾਣਾ। ਜਿੱਥੇ ਬਾਣਾ ਉੱਥੇ ਬਾਣੀ ਵੀ ਹੈ ਨਾਲ। ਗੁਰਬਾਣੀ ਦੇ ਨਾਲ ਬੜਾ ਪ੍ਰੇਮ ਕਰਦੇ ਤੇ ਪੜ੍ਹਦੇ ਵੀ ਨੇ, ਔਰ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਸਿਦਕ ਧਾਰਨ ਕਰਦੇ ਨੇ ਆਪਣੇ ਹਿਰਦੇ ਵਿੱਚ। ਸਿਦਕੀ ਸਿੱਖ ਹਨ। ਮੁਖ ਤੇ ਕੱਢੇ ਜੋ ਬਚਨ ਸਤੀ, ਜਿਮ ਸੋ ਪ੍ਰਤ ਪਾਰੇ। ਜਿਹੜਾ ਬਚਨ ਬਾਬਾ ਤਾਰਾ ਸਿੰਘ ਜੀ ਆਪਣੇ ਮੂੰਹੋਂ ਕਰ ਦਿੰਦੇ ਆ ਨਾ, ਆਪਣੇ ਉਸ ਬਚਨ ਦੀ ਪਾਲਣਾ ਸਤੀ ਵਾਂਗੂ ਕਰਦੇ ਨੇ। ਜਿਵੇਂ ਸਤੀ ਨੇ ਬਚਨ ਕੀਤਾ ਨਾ ਵੀ ਪਤੀ ਦੀ ਚਿਖਾ ਤੇ ਚੜ ਕੇ ਮਰਨਾ, ਕੁਝ ਹੋ ਜੇ ਉਹਨੇ ਆਪਣਾ ਬਚਨ ਪੂਰਾ ਕਰਨਾ ਹੁੰਦਾ ਸਤੀ ਨੇ। ਕਹਿੰਦੇ ਏਦਾਂ ਬਾਬਾ ਤਾਰਾ ਸਿੰਘ ਜੀ ਵਾਂ ਜਿਹੜਾ ਬਚਨ ਆਪਣੇ ਮੂੰਹੋਂ ਕਰ ਦਿੰਦੇ ਨੇ, ਆਪਣੇ ਉਸ ਬਚਨ ਦੀ ਪੂਰਨ ਤੌਰ ਤੇ ਪਾਲਣਾ ਕਰਦੇ ਹਨ। ਦੰਗਿਆਨ ਮੈਂ ਪ੍ਰਥਮ ਉਸੇ ਧਰੀਏ ਨਾਮ ਗਿਣਾਏ। ਜਦੋਂ ਗੱਲ ਜੁਝਾਰੂਆਂ ਦੀ ਆਉਂਦੀ ਹੈ, ਪੰਥ ਦੇ ਵਿੱਚ ਯੋਧਿਆਂ ਦੀ, ਬਹਾਦਰਾਂ ਦੀ ਬਾਤ ਆਉਂਦੀ ਹੈ, ਤਾਂ ਕਹਿੰਦੇ ਉਹਨਾਂ ਜੁਝਾਰੂਆਂ ਵਿੱਚੋਂ, ਉਹਨਾਂ ਯੋਧਿਆਂ ਵਿੱਚੋਂ ਸਭ ਤੋਂ ਸਿਰੜੀ ਯੋਧੇ ਬਾਬਾ ਤਾਰਾ ਸਿੰਘ ਜੀ ਵਾਂ ਨੂੰ ਕਹਿ ਲਈਏ ਤੇ ਕੋਈ ਅਤਕਥਨੀ ਨਹੀਂ ਸੀ। ਕਹਿੰਦੇ ਯੋਧੇ ਹੋਰ ਵੀ ਨੇ ਪੰਥ ਦੇ, ਪਰ ਜੇ ਸਿਰੜੀ ਯੋਧੇ ਦੀ ਗੱਲ ਕਰੀਏ ਨਾ, ਵੀ ਯੋਧਿਆਂ ਵਿੱਚੋਂ ਵੀ ਸਰਮੌਰ ਯੋਧਾ ਬਣਾਉਣਾ ਹੋਵੇ ਸਾਰੇ ਪੰਥ ਵਿੱਚੋਂ, ਤਾਂ ਸਿਰੜੀ ਯੋਧਿਆਂ ਦੇ ਵਿੱਚੋਂ ਬਾਬਾ ਤਾਰਾ ਸਿੰਘ ਜੀ ਵਾਂ ਹਨ। ਉਹਨਾਂ ਦਾ ਨਾਂ ਇਹੋ ਜਿਹੇ ਯੋਧਿਆਂ ਵਿੱਚ ਗਿਣਿਆ ਜਾਂਦਾ ਹੈ। ਜਾਏ ਬਲਾਏ ਜੋ ਘਰ ਪਰੇ, ਲੈ ਆਪਣੇ ਠੀਕ ਟਿਕਾਏ। ਬਾਬਾ ਤਾਰਾ ਸਿੰਘ ਜੀ ਇਹੋ ਜਿਹੇ ਲੜਾਕੂ ਯੋਧੇ ਸੀ ਵੀ ਜੇ ਕੋਈ ਲੜਾਈ ਜਾਂ ਕੋਈ ਬਲਾ ਕਿਸੇ ਦੂਜੇ ਦੇ ਘਰ ਜਾਂਦੀ ਹੋਏ ਹੁੰਦੀ ਵੇਖ ਲੈਂਦੇ ਨਾ, ਉਹਨੂੰ ਕਹਿੰਦੇ ਆ ਉਧਰ ਬਾਅਦ ਜਾਈ, ਪਹਿਲਾਂ ਆ ਜਾ 2 ਘੜੀਆਂ ਮੇਰੇ ਕੋਲ ਆਰਾਮ ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੋ ਜਿਹਾ ਯੋਧ ਆਮ ਕਰਕੇ ਕਿਸੇ ਦੂਜੇ ਦੀ ਲੜਾਈ ਬੰਦਾ ਆਪਣੇ ਗਲ ਨਹੀਂ ਪਾਉਂਦਾ, ਕਹਿੰਦਾ ਲੜਨ ਆਪਾਂ ਲੰਘ ਚੱਲੀਏ, ਅਸੀਂ ਕਿਉਂ ਦੂਜੇ ਦੀ ਲੜਾਈ ਗਲ ਪਾਈਏ। ਬਾਬਾ ਤਾਰਾ ਸਿੰਘ ਜੀ ਦੂਜਿਆਂ ਦੀ ਲੜਾਈ ਵੀ ਕਹਿੰਦੇ ਆਪਣੇ ਘਰ ਟਿਕਾ ਲੈਂਦੇ ਸੀ। ਉਹ ਕਹਿੰਦੇ ਅਸੀਂ ਆਪੇ ਨਜਿੱਠਦੇ ਰਾਂਗੇ, ਤੁਸੀਂ ਜਾਓ ਸੁੱਖ ਲਓ। ਇਹੋ ਜਿਹੇ ਯੋਧੇ ਸਨ। ਦੋਹਰਾ ਸੀਸ ਤਰੇ ਆਤਪੁਰ ਫਿਰੈ, ਨੈ ਮਰਨੋ ਸੰਕਾਏ। ਬਾਬਾ ਤਾਰਾ ਸਿੰਘ ਜੀ ਆਪਣਾ ਸਿਰ ਮਾਨੋ ਜਿਵੇਂ ਤਲੀ ਤੇ ਰੱਖ ਕੇ ਟੁਰੇ ਫਿਰਦੇ ਸੀ। ਮਰਨ ਦਾ ਤਾਂ ਸ਼ੰਕਾ ਹੀ ਕੋਈ ਨਹੀਂ ਸੀ। ਸਭ ਤੋਂ ਵੱਡਾ ਡਰ ਕੀ ਹੈ? ਮੌਤ ਦਾ ਹੀ ਹੁੰਦਾ ਨਾ, ਤੇ ਮੌਤ ਦਾ ਡਰ ਹੈ ਹੀ ਨਹੀਂ ਸੀ। ਸਿਰ ਜਿਹੜਾ ਸੀ ਮਾਨੋ ਆਪਣੀ ਤਲੀ ਤੇ ਰੱਖ ਕੇ ਟੁਰੇ ਫਿਰਦੇ ਨੇ। ਇਹੋ ਜਿਹੇ ਯੋਧੇ ਸਨ ਬਾਬਾ ਤਾਰਾ ਸਿੰਘ ਜੀ। ਸਿਰੋਂ ਪਰੇ ਡੇਰਾ ਤਿਸੇ, ਐਸੋ ਰਹੇ ਸੁਭਾਏ। ਬਾਬਾ ਤਾਰਾ ਸਿੰਘ ਜੀ ਦਾ ਡੇਰਾ ਸਿਰ ਤੋਂ ਪਰੇ ਹੀ ਹੈ। ਕਿੱਥੇ ਮਹਾਰਾਜ ਜੀ ਦੇ ਬਾਬਤ ਇੱਕ ਕਵੀ ਨੇ ਲਿਖਿਆ ਨਾ ਵੀ ਪੜਨ ਵਾਲਿਆਂ ਦੇ ਧੜਾਂ ਉੱਤੇ ਸੀਸ ਕੋਈ ਨਾ। ਬਾਬਾ ਤਾਰਾ ਸਿੰਘ ਜੀ ਉਸ ਡੇਰੇ ਵਿੱਚ, ਉਸ ਸਕੂਲ 'ਚ ਰਹਿੰਦੇ ਆ। ਸਿਰੋਂ ਪਰੇ ਡੇਰਾ ਹੈ ਇਹਨਾਂ ਦਾ। ਇਹੋ ਜਿਹਾ ਸੁਭਾਅ ਹੈ ਬਾਬੇ ਤਾਰਾ ਸਿੰਘ ਦਾ। ਜਬ ਬੰਦੋ ਹੁਤ ਜੀਵ ਤੋ, ਉਨ ਲੀਨੋ ਤੁਰਤ ਹਰਾਏ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੰਗਾਂ ਵਿੱਚ, ਮਾਝੇ ਦੇ ਇਲਾਕੇ ਵਿੱਚ, ਇਧਰ ਦੁਆਬੇ ਦੇ ਇਲਾਕੇ 'ਚ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਨਾਲ ਰਹੇ ਨੇ। ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਤੁਰਕ ਹਰਾ ਦਿੱਤੇ, ਪੰਜਾਬ ਦਾ ਰਾਜ ਸਿੱਖਾਂ ਦੇ ਕੋਲ ਲੈ ਆਂਦਾ, ਉਸ ਵਕਤ ਖੁਸ਼ਾਮਦ ਕਰ ਕਰ ਸਿੰਘਨ ਕੀ, ਲੇਵੇਂ ਮੁਲਕ ਬਸਾਏ। ਜਿਹੜੇ ਤੁਰਕ ਸੀ ਨਾ, ਉਹ ਸਿੰਘਾਂ ਦੀਆਂ ਖੁਸ਼ਾਮਦਾਂ ਕਰਦੇ ਸੀ। ਖਾਲਸਾ ਜੀ ਅਸੀਂ ਤੁਹਾਡੇ ਹੀ ਆ, ਤੁਸੀਂ ਸੁੱਖ ਨਾਲ ਰਹੋ, ਤੁਹਾਨੂੰ ਆਹ ਨਗਰ ਚਾਹੀਦਾ, ਆਹ ਲੈ ਲਓ, ਆਹ ਜਗੀਰ ਚਾਹੀਦੀ, ਆਹ ਲੈ ਲਓ, ਤੁਸੀਂ ਰਹੋ। ਉਹ ਤਾਂ ਡੰਗ ਟਪਾਉਂਦੇ ਸੀ ਤੁਰਕ ਆਪਣਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਖਾਲਸਾ ਪ੍ਰਬਲ ਹੋਇਆ ਪੰਜਾਬ 'ਚ, ਤੇ ਬਹੁਤ ਸਾਰਾ ਰਾਜ ਆਪਣੇ ਅਖਤਿਆਰ ਕੀਤਾ। ਜਿਹੜੇ ਕੁਝ ਇਲਾਕਿਆਂ ਵਿੱਚ ਕੁਝ ਛੋਟੇ-ਛੋਟੇ 10-20 ਪਿੰਡਾਂ ਦੀਆਂ ਜਗੀਰਾਂ ਦੇ ਮਾਲਕ ਤੁਰਕ ਸੀ, ਉਹ ਸਿੰਘਾਂ ਨੂੰ ਹੱਥ ਜੋੜ-ਜੋੜ ਕੇ ਆਪਣੇ ਇਲਾਕੇ 'ਚ ਵਸਾਉਂਦੇ ਸੀ ਕਿ ਜੀ ਤੁਸੀਂ ਇੱਥੇ ਵਸੋ, ਕਿਉਂਕਿ ਸਿੰਘਾਂ ਨੂੰ ਵਸਾਉਣ ਦਾ ਮਤਲਬ ਸੀ ਸਾਡਾ ਇਲਾਕਾ ਬਚਿਆ ਰਹੇਗਾ, ਹੋਰ ਸਿੰਘ ਆ ਕੇ ਹਮਲਾ ਨਾ ਕਰਨਗੇ।
ਏਦਾਂ ਸਿੰਘਾਂ ਦੀਆਂ ਖੁਸ਼ਾਮਦਾਂ ਕਰਕੇ ਆਪਣੇ ਮੁਲਕ ਵਸਾਉਂਦੇ ਸੀ। ਲੋਟ ਪੋਟ ਸਿੰਘਨ ਰਖੇ ਤਦੀ ਲਖ ਟਲ ਜਾਏ। ਕਹਿੰਦੇ ਸਿੰਘਾਂ ਦੇ ਪੈਰਾਂ 'ਚ ਲੋਟ ਪੋਟ ਹੋ ਕੇ ਮੱਥੇ ਟੇਕ ਕੇ ਖੁਸ਼ਾਮਦਾਂ ਕਰਕੇ ਉਹਨਾਂ ਕੋਲੋਂ ਆਪਣਾ ਇਲਾਕਾ ਬਚਾਉਂਦੇ ਸੀ ਤੁਰਕ, ਤੇ ਸਿੰਘਾਂ ਨੂੰ ਆਪ ਵਸਾਉਂਦੇ ਸੀ। ਜੀ ਤੁਸੀਂ ਇੱਥੇ ਵਸੋ, ਆਹ ਜਗ੍ਹਾ ਤੁਹਾਨੂੰ ਦੇਣੇ, ਇੱਥੇ ਤੁਸੀਂ ਟਿਕਾਣਾ ਕਰੋ, ਆਹ ਪਿੰਡ ਦੇ ਉੱਤੇ ਤੁਸੀਂ ਆਪਣੀ ਜਮੀਅਤ ਬਣਾਓ। ਏਦਾਂ ਕਹਿੰਦੇ ਤੁਰਕ ਉਸ ਵੇਲੇ ਹੱਥ ਜੋੜ ਕੇ ਖਾਲਸੇ ਨੂੰ ਜਗੀਰਾਂ ਭੇਟ ਕਰਦੇ ਸੀ। ਬੰਦੋ ਮਾਰਿਓ ਜਬ ਉਹਨੇ ਬਿਨਤਿਓ ਸਿੰਘਨ ਖਪਾਏ। ਪਰ ਸਮਾਂ ਬਦਲਿਆ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ। ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਪੰਥ ਦੇ ਉੱਤੇ ਸਿੰਘਾਂ ਉੱਤੇ ਸਖਤੀ ਦਾ ਦੌਰ ਆਇਆ। ਬਿਨਾਂ ਖਤਾ ਤੋਂ, ਕਿਸੇ ਦੀ ਜੇ ਖਤਾ ਵੀ ਨਹੀਂ, ਕੋਈ ਭੁੱਲ ਵੀ ਨਹੀਂ, ਉਹਨਾਂ ਸਿੰਘਾਂ ਨੂੰ ਪਿੰਡਾਂ 'ਚੋਂ ਚੁਣ ਚੁਣ ਕੇ ਮਾਰਨ ਲੱਗੇ ਤੁਰਕ। ਚੋਪਈ ਹੁਤੀ ਤਾਰੇ ਸਿੰਘ ਦਈ ਜਗੀਰ। ਬਾਬਾ ਤਾਰਾ ਸਿੰਘ ਜੀ ਦੇ ਕੋਲ ਵੀ ਉਸ ਵੇਲੇ ਇੱਕ ਜਗੀਰ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਇਹ ਵਾਂ ਪਿੰਡ ਦੇ ਇਲਾਕੇ ਦੀ ਜਗੀਰ ਸੀ। ਇਹ ਜਗੀਰ ਦੇ ਮਾਲਕ ਕੁਝ ਜ਼ਮੀਨ ਜਾਇਦਾਦ ਉਹ ਬਾਬਾ ਤਾਰਾ ਸਿੰਘ ਜੀ ਦੇ ਅਧੀਨ ਸੀ। ਬੁੰਗੇ ਚਿਣਿਓ ਥੋ ਤੈ ਸਿੰਘ ਵੀਰ। ਬਾਬਾ ਜੀ ਨੇ ਉੱਥੇ 2-3 ਬੂੰਗੇ ਬਣਾ ਲਏ ਸਨ। ਆਪਣੇ ਬੂੰਗੇ ਉੱਚੇ ਬਣਾਏ ਜਾਂਦੇ ਸਨ ਕਿ ਜੇ ਲੋੜ ਪੈਣ ਤੇ ਜੰਗ ਵਾਸਤੇ ਵਰਤਣੇ ਹੋਣ ਤਾਂ ਜੰਗ ਵਾਸਤੇ ਵੀ ਵਰਤ ਲਏ ਜਾਣ, ਤੇ ਜੇ ਰਹਿائش ਵਾਸਤੇ ਵਰਤਣੇ ਨੇ, ਬਾਣੀ ਪੜਨ ਵਾਸਤੇ ਵਰਤਣੇ ਨੇ, ਮਹਾਰਾਜ ਜੀ ਦੇ ਪ੍ਰਕਾਸ਼ ਵਾਸਤੇ ਵਰਤਣੇ ਨੇ ਤਾਂ ਵੀ ਵਰਤੇ ਜਾਣ। ਤੋ ਪੁਰਾਣੇ ਬੂੰਗੇ ਬਾਬਾ ਜੀ ਨੇ ਇੱਥੇ ਕੁਝ ਬੂੰਗੇ ਵੀ ਆਪਣੇ ਬਣਾ ਲਏ, ਤੇ ਜਗੀਰ ਉਹਨਾਂ ਦੇ ਕੋਲ ਸੀ ਬਾਬਾ ਤਾਰਾ ਸਿੰਘ ਜੀ ਵਾਂ ਦੇ ਪਾਸ। ਤੋ ਕੁਝ ਬੂੰਗੇ ਇੱਥੇ ਬਣਾ ਲਏ, ਤੇ ਕੁਝ ਕੁ ਵੀਰ ਯੋਧੇ ਸਿੰਘ ਉਹ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਦੇ ਉੱਤੇ ਰਹਿੰਦੇ ਸਨ। ਤਾਰੇ ਸਿੰਘ ਨੇ ਸਮਾਂ ਨਿਹਾਰਿਓ। ਹੁਣ ਜਦੋਂ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਿੰਘਾਂ ਉੱਤੇ ਸਖਤੀ ਦਾ ਸਮਾਂ ਆਇਆ, ਤਾਂ ਜਿਹੜੀਆਂ ਸਿੰਘਾਂ ਕੋਲ ਜਗੀਰਾਂ ਸੀ, ਰਾਜ ਸੀ, ਉਹ ਸਿੰਘਾਂ ਨੂੰ ਛੱਡਣੇ ਪਏ। ਪਰ ਬਾਬੇ ਤਾਰਾ ਸਿੰਘ ਨੇ ਨਹੀਂ ਛੱਡਿਆ। ਕਹਿੰਦਾ ਇਹ ਤਾਂ ਖਾਲਸੇ ਦਾ ਰਾਜ ਆ, ਅਸੀਂ ਨਹੀਂ ਛੱਡਦੇ। ਸਾਰਿਆਂ ਨੇ ਛੱਡ ਦਿੱਤੀਆਂ, ਜਗੀਰਾਂ ਛੱਡਣੀਆਂ ਪਈਆਂ ਸੀ। ਇਹ ਤੁਰਕ ਆ ਕੇ ਧੱਕਾ ਕਰਦੇ ਸੀ, ਤੋ ਸਿੰਘਾਂ ਨੂੰ ਛੱਡ ਕੇ ਹਰਨ ਭਰਨ ਹੋਣਾ ਪਿਆ। ਪਰ ਬਾਬੇ ਤਾਰਾ ਸਿੰਘ ਨੇ ਨਹੀਂ ਆਪਣਾ ਡੇਰਾ ਛੱਡਿਆ। ਯੋਧਾ ਸੀ, ਸੂਰਮਾ। ਕਹਿੰਦਾ ਮੈਂ ਮਰਦਾ ਮਰ ਜਾਗਾ, ਪਰ ਇਹ ਜਗ੍ਹਾ ਛੱਡ ਕੇ ਨਹੀਂ ਜਾਣੀ। ਵਹੀ ਰੱਖਿਓ ਉਨ ਸਿੱਡਾ ਧਾਰਿਓ। ਉਹਨੇ ਉਹੀ ਪਹਿਲਾ ਸਿੱਡਾ ਜਿਹੜਾ ਤੁਰਕਾਂ ਨਾਲ ਰਹਿੰਦਾ ਸੀ ਨਾ, ਉਹ ਸਿੱਡਾ ਜਿਹੜਾ ਸੀ ਉਹ ਉਸੇ ਤਰ੍ਹਾਂ ਹੀ ਰੱਖਿਆ ਬਾਬੇ ਤਾਰਾ ਸਿੰਘ ਨੇ। ਜਿਵੇਂ ਕਹਿੰਦੇ ਨਾ 36 ਦਾ ਅੰਕੜਾ ਹੈ, ਉਹ ਬਣਿਆ ਹੀ ਰਿਹਾ ਬਾਬੇ ਤਾਰਾ ਸਿੰਘ ਦਾ। ਬਾਬੇ ਤਾਰਾ ਸਿੰਘ ਨੇ ਨਹੀਂ ਪ੍ਰਵਾਹ ਕੀਤੀ ਵੀ ਹੁਣ ਬਾਬਾ ਬੰਦਾ ਸਿੰਘ ਜੀ ਸ਼ਹੀਦ ਹੋ ਗਏ ਨੇ, ਤੁਰਕ ਆ ਗਏ ਨੇ ਤੇ ਸਿੰਘਾਂ ਦਾ ਰਾਜ ਖਤਮ ਹੋ ਗਿਆ। ਕਹਿੰਦੇ ਮੇਰਾ ਤਾਂ ਰਾਜ ਅੱਜ ਵੀ ਹੈ, ਜਗੀਰ ਮੇਰੇ ਕੋਲ। ਉਹਨਾਂ ਨੇ ਮੋੜੀ ਨਹੀਂ ਕਿਸੇ ਨੂੰ, ਨਾ ਕਿਸੇ ਤੁਰਕ ਨੂੰ ਨੇੜੇ ਲੱਗਣ ਦੇਣ। ਛੇਤੀ ਕਿਤੇ ਕੋਈ ਤੁਰਕ ਆਉਂਦਾ ਵੀ ਨਹੀਂ ਸੀ ਨੇੜੇ। ਬਾਬੇ ਤਾਰਾ ਸਿੰਘ ਦਾ ਸੁਭਾਅ ਇਹੋ ਜਿਹਾ ਸੀ, ਯੋਧਾ ਸੀ, ਜਿਹੜਾ ਬਗਾਨੀ ਲੜਾਈ ਨੂੰ ਵੀ ਆਪਣੇ ਘਰ ਲੈ ਆਉਂਦਾ ਸੀ। ਜਦੋਂ ਉਹਦੇ ਨਾਲ ਕੋਈ ਲੜਨ ਆਏਗਾ ਤੇ ਉਹਨੇ ਕੋਈ ਖੈਰ ਥੋੜੀ ਗੁਜ਼ਾਰਨੀ ਸੀ। ਇਸ ਕਰਕੇ ਬਾਬੇ ਤਾਰਾ ਸਿੰਘ ਨੇ ਉਹ ਪਹਿਲਾਂ ਹੀ ਸਿੱਡਾ ਲਾ ਕੇ ਰੱਖਿਆ ਤੁਰਕਾਂ ਦੇ ਨਾਲ, ਜਿਹੜਾ ਬਾਬੇ ਬੰਦਾ ਸਿੰਘ ਬਹਾਦਰ ਦੇ ਵੇਲੇ ਸੀ। ਪਹਿਲੀ ਬਾਣੋ ਟਲੇ ਸੁਨਾਏ। ਉਹ ਜਿਹੜਾ ਪਹਿਲਾ ਸਿਰੜ ਸੀ, ਪਹਿਲੀ ਬਾਣ ਸੀ ਨਾ ਬਾਬੇ ਤਾਰਾ ਸਿੰਘ ਦੀ, ਉਹਦੇ ਤੋਂ ਬਾਬਾ ਜੀ ਨਹੀਂ ਟਲਦੇ। ਦੰਗੋ ਫੰਗੋ ਰਖੇ ਮਚਾਏ। ਬਸ ਦੰਗਾ ਫੰਗਾ ਮਚਾ ਕੇ ਰੱਖਦੇ ਆ, ਕਦੇ ਕਿਤੇ ਲੜਾਈ ਹੋ। ਕੁਝ ਸਿੰਘ ਵੀ ਇਹੋ ਜਿਹੇ ਨਾਲ ਰਹਿੰਦੇ ਬਾਬੇ ਤਾਰਾ ਸਿੰਘ ਦੇ, ਉਹ ਕਦੇ ਜਾ ਕੇ ਕਿਤੇ ਲੜਾਈ ਕਰ ਆਏ, ਕਦੇ ਕਿਤੇ ਝਗੜਾ। ਤੇ ਇਹ ਨਹੀਂ ਸੀ ਬਿਨਾਂ ਗੱਲ ਤੋਂ ਲੜਾਈ ਕਰੀ ਜਾਣੀ, ਕਿਤੇ ਲੋੜ ਹੁੰਦੀ ਸੀ ਉੱਥੇ ਲੜਦੇ ਸੀ। ਏਦਾਂ ਕਹਿੰਦੇ ਦੰਗਾ ਫੰਗਾ ਹੁੰਦਾ ਹੀ ਰਹਿੰਦਾ ਸੀ ਡੱਲ ਤੇ ਵਾਂ ਦੇ ਇਲਾਕੇ ਵਿੱਚ। ਰਾਹ ਜਾਂਦੀ ਲਏ ਕਾਇਸ ਮੋਲ। ਕਹਿੰਦੇ ਰਾਹ ਜਾਂਦੀ ਲੜਾਈ ਕਲਾ ਜਿਹੜੀ ਸੀ ਨਾ, ਉਹ ਮੁੱਲ ਲੈ ਲੈਂਦੇ ਸੀ। ਮੰਨ ਲਓ ਵੀ ਜਿਵੇਂ ਮੁੱਲ ਦੇ ਕੇ। ਇੱਕ ਨਿਹੰਗ ਸਿੰਘ ਜੀ ਹੁੰਦੇ ਸਨ, ਬਾਬਾ ਸੁਚਾਲਾ ਸਿੰਘ ਜੀ ਉਹਨਾਂ ਦਾ ਨਾਂ ਸੀ, ਤੇ ਤਿਆਰ ਬਰ ਤਿਆਰ ਬਾਣੀ ਬੜੀ ਪੜਿਆ ਕਰਦੇ। ਬੜੇ ਸਾਲ ਪਹਿਲਾਂ ਗੁਜ਼ਰ ਗਏ। ਤੇ ਤਿਆਰ ਬਰ ਤਿਆਰ ਸ਼ਸਤਰ ਧਾਰੀ ਹੋਣਾ। ਜਿੱਥੇ ਕਿਤੇ ਮੋਰਚੇ ਦੀ ਲੋੜ ਹੁੰਦੀ ਉੱਥੇ ਮੋਰਚਾ ਵੀ ਲਾ ਲੈਂਦੇ। ਇਕੱਲੇ ਹੀ ਰਹਿੰਦੇ ਸੀ।
ਫੌਜ ਵੀ ਨਹੀਂ ਸੀ ਰੱਖਦੇ ਨਾਲ, ਬਹੁਤ ਸਾਰਾ ਮਾਲ ਡੰਗਰ ਵੀ ਨਾਲ ਰੱਖਣਾ ਉਹਨਾਂ ਨੇ। ਤੇ ਉਹਨਾਂ ਬਾਰੇ ਸੁਣਿਆ ਮੈਂ, ਦਰਸ਼ਨ ਤਾਂ ਨਹੀਂ ਕੀਤੇ। ਉਹ ਕਹਿੰਦੇ ਕਈ ਵਾਰੀ ਉਹਨਾਂ ਨੂੰ ਲੜਨ ਨੂੰ ਦਿਲ ਕਰਨਾ, ਜਿਵੇਂ ਹੋੜ ਜੀ ਨਹੀਂ ਉੱਠਦੀ ਮਨ 'ਚ, ਤੇ ਰਾਹ ਜਾਂਦੇ ਕਿਸੇ ਨੂੰ ਕਹਿਣਾ ਉਰੇ ਆ 10 ਰੁਪਏ ਲੈ ਤੇ ਮੇਰੇ ਨਾਲ ਲੜਾਈ ਕਰ। ਏਦਾਂ ਦੀਆਂ ਬਿਰਤੀਆਂ ਵਾਲੀਆਂ ਵੀ ਹੁੰਦੀਆਂ ਨੇ ਫੌਜਾਂ। ਕਹਿੰਦੇ ਹੁਣ ਕਹਿਣ ਦਾ ਮਤਲਬ ਇਹ ਨਹੀਂ ਵੀ ਬਿਨਾਂ ਗੱਲ ਤੋਂ ਲੜੀ ਜਾਣਾ, ਝਗੜਾ ਕਰੀ ਜਾਣਾ। ਸੁਭਾਅ ਦੀ ਬਾਤ ਮੈਂ ਕਹੀ ਹੈ। ਬਾਬਾ ਤਾਰਾ ਸਿੰਘ ਜੀ ਜੇ ਕਿਤੇ ਲੜਾਈ ਕਰਦੇ ਆ, ਝਗੜਾ ਕਰਦੇ ਆ, ਤਾਂ ਉਹ ਝਗੜਾ ਕਰਦੇ ਆ ਜਿੱਥੇ ਕਿਤੇ ਲੋੜ ਹੁੰਦੀ ਆ ਵੀ ਇੱਥੇ ਹੁਣ ਧਰਮ ਦੀ ਗੱਲ ਹੈ ਜਾਂ ਆਣ ਦੀ ਗੱਲ ਹੈ। ਤੇ ਕਹਿੰਦੇ ਜੇ ਉਹ ਲੜਾਈ ਕਿਸੇ ਦੂਜੇ ਦੇ ਘਰ ਨੂੰ ਜਾਂਦੀ ਹੋਵੇ, ਮੰਨ ਲਓ ਕੋਈ ਧੱਕਾ ਕਰਨ ਜਾ ਰਿਹਾ ਕਿਸੇ ਨਾਲ, ਉਹਨੂੰ ਪੁੱਛਣਾ ਬਾਬੇ ਤਾਰਾ ਸਿੰਘ ਨੇ, ਉਹ ਕਿੱਧਰ ਚੱਲੇ ਹੋ ਸਿਪਾਹੀਓ? ਉਹਨਾਂ ਕਹਿਣਾ ਫਲਾਣੇ ਪਿੰਡ ਫਲਾਣੇ ਤੇ ਹੱਲਾ ਕਰਨ ਚੱਲੇ ਆ। ਉਹ ਕਹਿੰਦਾ ਉਹਦੇ ਤੇ ਬਾਅਦ ਕਰਿਓ, ਪਹਿਲਾਂ ਮੇਰੇ ਨਾਲ ਆ ਕੇ ਲੜੋ। ਏਦਾਂ ਦੂਜੇ ਦੇ ਘਰ ਜਾਂਦੀ ਲੜਾਈ ਵੀ ਬਾਬਾ ਤਾਰਾ ਸਿੰਘ ਮੋੜ ਕੇ ਆਪਣੇ ਵੱਲ ਲੈ ਆਉਂਦੇ ਸੀ। 10-5 ਦੱਗੇ ਰੱਖੇ ਸੋ ਕੋਲ। 10-5 ਦੰਗਈ ਯਾਨੀ ਕਿ ਯੋਧੇ ਉਹ ਆਪਣੇ ਕੋਲ ਰੱਖਦੇ ਸਨ। ਜਿਤ ਕਿਤ ਤੇ ਕੋਲ ਲਿਆਵੇ ਉਲਾਂਬੇ। ਉਹ ਜਿਹੜੇ 8-10 ਸਿੰਘ ਰੱਖੇ ਸੀ ਨਾ ਯੋਧੇ, ਉਹ ਰੋਜ਼ ਹੀ ਕੋਈ ਨਾ ਕੋਈ ਸੱਜੇ ਖੱਬੇ ਉਲਾਂਭਾ ਲੈ ਕੇ ਆਉਂਦੇ ਸੀ। ਲੋਕਾਂ ਨੇ ਆ ਕੇ ਕਹਿਣਾ ਬਾਬਾ ਤਾਰਾ ਸਿੰਘ ਜੀ ਅੱਜ ਤੁਹਾਡਾ ਸਿੰਘ ਸਾਡੇ ਫਲਾਣੇ ਬੰਦੇ ਨਾਲ ਲੜ ਕੇ ਆਇਆ। ਉਹ ਕਹਿੰਦਾ ਕੋਈ ਨਹੀਂ, ਸਿੰਘ ਲੜਦੇ ਹੀ ਹੁੰਦੇ ਆ। ਸਗੋਂ ਉਹਦੀ ਪਿੱਠ ਤਾਂ ਆਪਣੀ ਕਹਿੰਦੇ ਚੰਗਾ ਵੀ ਯੋਧਿਆ ਪੁੱਛਣਾ ਵੀ ਉਹਨੂੰ ਵੀ ਕਿਉਂ ਲੜਿਆ। ਜੇ ਕੋਈ ਵਧੀਕੀ ਕਰਕੇ ਆਇਆ ਹੁੰਦਾ ਤੇ ਉਹਨੂੰ ਬਾਬਾ ਤਾਰਾ ਸਿੰਘ ਜੀ ਡੰਡ ਵੀ ਲਾਉਂਦੇ। ਏਦਾਂ 8-10 ਸਿੰਘ ਇਹਨਾਂ ਦੇ ਕੋਲ ਰਹਿੰਦੇ ਜਿਹੜੇ ਰੋਜ਼ ਕਿਤੇ ਨਾ ਕਿਤੇ ਲੜਾਈ ਦਾ ਉਲਾਂਭਾ ਲੈ ਕੇ ਆਉਂਦੇ। ਬਹੁਤ ਇਤ ਕਰ ਤਿਸ ਵੈ ਸਾਂਬੇ। ਜਿਹੜਾ ਕੋਈ ਲੜਾਈ ਕਰਕੇ ਕਿਸੇ ਨੂੰ ਕੋਈ ਸਾਂਭਦਾ ਨਹੀਂ ਸੀ ਨਾ, ਘਰੋਂ ਕੱਢ ਦਿੰਦੇ ਵੀ ਸਾਡਾ ਇਹ ਬੰਦਾ ਬੜਾ ਲੜਾਕਾ ਹੈ, ਜਣੇ ਖਣੇ ਨਾਲ ਲੜਦਾ। ਤੇ ਬਾਬਾ ਤਾਰਾ ਸਿੰਘ ਨੂੰ ਪਤਾ ਲੱਗਦਾ ਤੇ ਬਾਬਾ ਜੀ ਉਹਨੂੰ ਆਪਣੇ ਕੋਲ ਸੱਦ ਲੈਂਦੇ ਆ, ਕਹਿੰਦੇ ਤੂੰ ਸਾਡੇ ਕੋਲ ਆ ਜਾ। ਉਹਨੂੰ ਆਪਣੇ ਕੋਲ ਰੱਖ ਲੈਂਦੇ ਹਨ। ਸੋ ਮਰਨੇ ਤੇ ਡਰੇ ਨਾ ਮੂਲ। ਗੱਲ ਕੀ ਵੀ ਬਾਬਾ ਤਾਰਾ ਸਿੰਘ ਮਰਨ ਤੋਂ ਨਹੀਂ ਡਰਦੇ। ਬਾਬਾ ਤਾਰਾ ਸਿੰਘ ਜੀ ਵਾਂ ਖੌਫ ਨਹੀਂ ਆ ਮਨ ਵਿੱਚ ਮੌਤ ਦਾ। ਇਮ ਕਰ ਦੰਗੋ ਰੱਖੇ ਜ਼ਰੂਰ। ਔਰ ਇਸ ਤਰ੍ਹਾਂ ਹਮੇਸ਼ਾ ਜੰਗੀ ਬਿਰਤੀ ਰੱਖਦੇ ਨੇ, ਹਮੇਸ਼ਾ ਯੁੱਧ ਲੜਨ ਵਾਸਤੇ ਤਿਆਰ ਰਹਿੰਦੇ ਨੇ। ਔਰ ਤਰਫ ਜੋ ਕਾਇਸ ਜਾਵੇ। ਤੇ ਕਹਿੰਦੇ ਜੇ ਕੋਈ ਲੜਾਈ ਝਗੜਾ ਕਿਸੇ ਦੂਜੇ ਪਾਸੇ ਜਾਂਦਾ ਹੋਵੇ, ਸੱਦ ਪਾਸ ਦੋਏ ਪੈਰ ਕਟਾਵੇ। ਉਹਨੂੰ ਸੱਦ ਕੇ ਆਪਣੇ ਘਰ 'ਚ 2 ਪੈਰ ਆਪਣੇ ਡੇਰੇ ਤੇ ਟਿਕਾ ਕੇ ਤੇ ਫਿਰ ਅੱਗੇ ਭੇਜਦੇ ਨੇ। ਐਸੀ ਪਰੀ ਤਾਰੇ ਸਿੰਘ ਬਾਣ। ਇਹ ਬਾਬੇ ਤਾਰਾ ਸਿੰਘ ਦੀ ਬਾਣ ਬਾਬੇ ਬੰਦੇ ਬਹਾਦਰ ਦੇ ਵੇਲੇ ਵੀ ਸੀ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਰਹੀ। ਨੈ ਮਾਨੇ ਵੈ ਤੁਰਕ ਨਿਆਣ। ਤੁਰਕਾਂ ਦੀ ਆਣ ਨਹੀਂ ਸੀ। ਲੜਾਈ ਕਿਹਦੇ ਨਾਲ ਹੁੰਦੀ ਸੀ? ਗਰੀਬ ਨਾਲ ਨਹੀਂ ਸੀ ਲੜਾਈ ਹੁੰਦੀ। ਬਾਬੇ ਤਾਰਾ ਸਿੰਘ ਦੀ ਲੜਾਈ ਨਾ ਤੁਰਕਾਂ ਨਾਲ, ਮਲੇਛਾਂ ਨਾਲ ਹੀ ਹੁੰਦੀ ਸੀ ਕਿਤੇ ਨਾ ਕਿਤੇ ਰੋਜ਼। ਉਹ ਧੱਕਾ ਕਰਦੇ ਸੀ ਜਿਹੜੇ ਸਿਪਾਹੀ ਸਨ, ਪਿੰਡਾਂ 'ਚ ਆ ਕੇ ਲੋਕਾਂ ਨੂੰ ਗਰੀਬ ਮਾਰ ਕਰਦੇ ਸੀ। ਇਹ ਨਹੀਂ ਵੀ ਕਿਸੇ ਗਰੀਬ ਨਾਲ ਜਾ ਕੇ ਗਲ ਪੈ ਕੇ ਲੜਦੇ। ਆਮ ਕਰਕੇ ਲੋਕਾਂ ਦਾ ਸੁਭਾਅ ਗਰੀਬ ਦੇ ਗਲ ਪੈਂਦੇ ਆ, ਤਗੜੇ ਨੂੰ ਨਹੀਂ ਹੱਥ ਪਾਉਂਦੇ। ਪਰ ਬਾਬਾ ਤਾਰਾ ਸਿੰਘ ਜੀ ਤਗੜੇ ਨੂੰ ਹੱਥ ਪਾਉਂਦੇ ਸੀ, ਗਰੀਬ ਨੂੰ ਬਚਾਉਂਦੇ ਸੀ। ਏਦਾਂ ਜੰਗ ਯੁੱਧ ਵਾਲੀ ਬਿਰਤੀ ਬਾਬੇ ਤਾਰਾ ਸਿੰਘ ਜੀ ਦੀ ਸੀ। ਤੁਰਕਾਂ ਦੀ ਆਣ ਨਹੀਂ ਸਨ ਮੰਨਦੇ। ਦੋਹਰਾ ਕਹੇ ਦੰਗਿਓ ਹਮ ਕਿਮ ਟਰੈ, ਦੰਗੋ ਹਮਾਰੀ ਜਾਤ। ਕਈਆਂ ਨੇ ਆ ਕੇ ਬਾਬਾ ਜੀ ਨੂੰ ਕਹਿਣਾ ਬਾਬਾ ਜੀ ਇਹ ਜੰਗ ਯੁੱਧ ਵਾਲੀ ਬਿਰਤੀ ਛੱਡ ਕੇ ਸ਼ਾਂਤ ਰਹੋ, ਹੁਣ ਤੁਹਾਡੀ ਉਮਰ ਵੀ ਵੱਡੀ ਹੋ ਚੱਲੀ। ਤੇ ਬਾਬਾ ਜੀ ਨੇ ਅੱਗੋਂ ਜਵਾਬ ਦੇਣਾ, ਕਹਿੰਦੇ ਤੂੰ ਕਿਵੇਂ ਟਲ ਜਾਈਏ, ਤਾਂ ਸਾਡੀ ਜਾਤ ਹੈ। ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਇਹ ਨਹੀਂ ਸਤਿਗੁਰ ਤੇ ਮੰਗਾ। ਇਹਦੇ ਤੋਂ ਕਿਵੇਂ ਟਲ ਜੀ? ਕਹਿੰਦੇ ਮੇਰੀ ਤਾਂ ਜਾਤ, ਮੇਰੀ ਤਾਂ ਬਰਾਦਰੀ ਦੰਗਾ। ਕਿਵੇਂ? ਦੰਗੇ ਦਾ ਮਤਲਬ ਯੁੱਧ ਲੜਨਾ। ਖਾਲਸਾ ਸੋ ਜੋ ਕਰ ਨਿਤ ਜੰਗ। ਜੰਗ ਦਾ ਮਤਲਬ ਜਿੱਥੇ ਕਿਤੇ ਗਰੀਬ ਨਾਲ ਧੱਕਾ ਹੁੰਦਾ ਹੋਵੇ ਉੱਥੇ ਖਲੋ ਜਾਣਾ, ਉੱਥੇ ਲੜਨਾ। ਦੰਗੇ ਖਾਤਰ ਹਮ ਕੀਏ ਸ਼੍ਰੀ ਸਤਿਗੁਰ ਜੀ ਆਪ। ਕਹਿੰਦੇ ਭਲਾ ਸਿੰਘੋ ਇਹ ਦੱਸੋ, ਤੁਸੀਂ ਕਹਿੰਦੇ ਵੀ ਅਸੀਂ ਲੜਾਈ ਵਗੈਰਾ ਛੱਡ ਕੇ ਸ਼ਾਂਤ ਹੋ ਜਾਈਏ,
ਇਹ ਦੱਸੋ ਵੀ ਕਲਗੀਧਰ ਨੇ ਜਿਹੜਾ ਖਾਲਸਾ ਸਾਜਿਆ ਸੀ ਉਹ ਕਿਉਂ ਸਾਜਿਆ ਸੀ? ਜਦੋਂ ਭਾਈ ਦਇਆ ਸਿੰਘ ਦਾ ਸੀਸ ਲਿਆ ਤੇ ਆਖਿਆ ਦਇਆ ਸਿੰਘ ਜੀ ਜਾਣਦੇ ਹੋ ਸੀਸ ਦੇਣ ਦਾ ਮਤਲਬ? ਤਾਂ ਉਹਨਾਂ ਆਖਿਆ ਨਹੀਂ ਮਹਾਰਾਜ, ਤੁਹਾਡਾ ਸੀ ਦੇ ਦਿੱਤਾ। ਉਹਨਾਂ ਕਲਗੀਧਰ ਨੇ ਕਿਹਾ ਸੀ ਸੀਸ ਦੇਣ ਦਾ ਮਤਲਬ ਹੈ ਮਲੇਛਾਂ ਨਾਲ ਤੁਰਕਾਂ ਨਾਲ ਲੜਨਾ ਪਏਗਾ। ਯਾਨੀ ਕਿ ਖਾਲਸਾ ਤਾਂ ਮਲੇਛਾਂ ਦੇ ਨਾਲ ਲੜਨ ਵਾਸਤੇ ਹੀ ਪੈਦਾ ਕੀਤਾ ਹੈ, ਤੇ ਜੇ ਖਾਲਸਾ ਮਲੇਛਾਂ ਨਾਲ ਲੜਨ ਲਈ ਪੈਦਾ ਹੋਇਆ ਤੇ ਫਿਰ ਅਸੀਂ ਇਹ ਲੜਾਈ ਇਹ ਜੰਗ ਕਿਵੇਂ ਛੱਡ ਦਈਏ? ਚੋਪਈ ਦੰਗੇ ਹੀ ਤੇ ਪਏ ਗੋ ਪਾਤਸ਼ਾਹੀ। ਤੇ ਜੰਗ ਕੀਤੇ ਬਿਨਾ ਕਦੇ ਖਾਲਸਾ ਜੀ ਪਾਤਸ਼ਾਹੀਆਂ ਮਿਲੀਆਂ ਨੇ ਲੜੇ ਬਿਨਾ? ਲੜੇ ਬਿਨਾ ਕਿਤੇ ਰਾਜ ਪਰੋਸ ਕੇ ਦਿੱਤਾ ਕਿਸੇ ਨੇ? ਭਾਵੇਂ ਅੱਜ ਕੱਲ ਦੇ ਵੋਟਾਂ ਦੇ ਸਿਸਟਮ ਨਾਲ ਉਹ ਵੀ ਤਾਂ ਲੜਾਈ ਹੈ, ਵੋਟਾਂ ਦੇ ਮੁਤਾਬਕ ਲੜਿਆ ਜਾਂਦਾ ਹੈ। ਤਾਂ ਇਹ ਵੀ ਲੜਨਾ ਹੀ ਕਹਿੰਦੇ ਆ ਨਾ, ਵੀ ਚੋਣ ਲੜਨਾ, ਲੜਾਈ ਤਾਂ ਇਹ ਵੀ ਹੈ। ਲੜੇ ਬਿਨਾ ਕਦੇ ਰਾਜ ਨਹੀਂ ਮਿਲਦਾ। ਬਾਬਾ ਤਾਰਾ ਸਿੰਘ ਜੀ ਕਹਿੰਦੇ ਲੜ ਕੇ ਰਾਜ ਤੇ ਪਾਤਸ਼ਾਹੀ ਪ੍ਰਾਪਤ ਹੁੰਦੀ ਆ ਖਾਲਸਾ ਜੀ। ਦੰਗੇ ਹੀ ਤੇ ਹੋਗ ਸੀਸ ਲਾਈ। ਮੈਂ ਪ੍ਰਣ ਕੀਤਾ ਕਲਗੀਧਰ ਦੇ ਬਚਨਾਂ ਦੇ ਉੱਤੇ ਚੱਲ ਕੇ ਕਿ ਜਬ ਆਵ ਕੀ ਔਦ ਨਿਦਾਨ ਬਨਾ ਅਤ ਹੀ ਰਣ ਮੈਂ ਤਬ ਜੂਝ ਮਰੂੰ। ਤੇ ਜੇ ਲੜਾਈ ਨਾ ਕਰਾਂਗਾ ਤੇ ਮੈਂ ਆਪਣਾ ਸਿਰ ਕਿਵੇਂ ਲੇਖੇ ਲਾਵਾਂਗਾ? ਬਾਬਾ ਤਾਰਾ ਸਿੰਘ ਜੀ ਕਹਿੰਦੇ ਜੇ ਮੈਂ ਜੰਗ ਨਾ ਲੜਿਆ ਤੇ ਮੈਂ ਆਪਣਾ ਇਹ ਸਿਰ ਕਿਵੇਂ ਲੇਖੇ ਲਾਵਾਂਗਾ? ਮੈਂ ਤਾਂ ਇਹ ਸਿਰ ਲੇਖੇ ਲਾਉਣਾ ਇਹਨਾਂ ਤੁਰਕਾਂ ਦੇ ਉੱਤੇ ਚਾੜਨਾ ਭਾਰ। ਬਿਨ ਦੰਗੇ ਕੋ ਪੁੱਛੇ ਨਾ ਬਾਤ। ਤੇ ਜੇ ਕੋਈ ਜੰਗ ਨਾ ਲੜੇ, ਜੰਗ ਲੜੇ ਬਿਨਾ ਕੋਈ ਗੱਲ ਵੀ ਨਹੀਂ ਪੁੱਛਦਾ, ਬਾਤ ਵੀ ਨਹੀਂ ਪੁੱਛਦਾ। ਇੱਕ ਵਾਰੀ ਇੱਕ ਸੱਪ ਕਿਸੇ ਸਾਧ ਨੂੰ ਟੱਕਰ ਗਿਆ। ਸਾਧ ਨੇ ਆਖਿਆ, ਸੱਪ ਕਹਿੰਦਾ ਵੀ ਜੀ ਮੈਨੂੰ ਸਾਰੀ ਮਾਰਨ ਨੂੰ ਫਿਰਦੇ ਆ। ਉਹ ਕਹਿੰਦੇ ਤੇਰਾ ਸੁਭਾਅ ਹੈ ਵੀ ਤੂੰ ਡੰਗਣਾ ਛੱਡ ਦੇ। ਕਹਿੰਦਾ ਜੀ ਠੀਕ ਹੈ। ਉਹਨੇ ਡੰਗਣਾ ਛੱਡ ਦਿੱਤਾ, ਫਿਰਨ ਲੱਗ ਪਿਆ। ਲੋਕਾਂ ਨੇ ਵੇਖਿਆ ਵੀ ਇਹ ਤਾਂ ਡੰਗਦਾ ਨਹੀਂ ਹੁਣ। ਇੱਕ ਦਿਨ ਜ਼ਮੀਂਦਾਰ ਕਿਤੇ ਚਰੀ ਵੱਢਣ ਆਇਆ ਤੇ ਰੱਸੀ ਕੋਈ ਨਹੀਂ ਸੀ। ਉਹਨੇ ਆਖਿਆ ਵੀ ਇਹ ਸੱਪ ਇਹੀ ਕੰਮ ਲਈਏ ਇਹਦੇ ਤੋਂ। ਉਹਨੇ ਉਹਦੀ ਰੱਸੀ ਬਣਾ ਕੇ ਤੇ ਚਰੀ ਪੰਡ ਬੰਨ ਲਈ, ਰੋਜ਼ ਦਾ ਹੀ ਕੰਮ ਬਣਾ ਲਿਆ। ਸੱਪ ਬੜਾ ਦੁਖੀ ਹੋਇਆ ਵੀ ਮੈਂ ਚੰਗਾ ਸੁਭਾਅ ਬਣਾਇਆ ਆਪਣਾ, ਵੀ ਸਾਧ ਮੈਨੂੰ ਚੰਗਾ ਸਮਝਾ ਕੇ ਦੇ ਗਿਆ, ਮੱਤ ਦੇ ਗਿਆ, ਵੀ ਇਹ ਕਿਹੋ ਜੀ ਮੱਤ ਦੇ ਗਿਆ ਵੀ ਮੇਰੀ ਤਾਂ ਜੂਨ ਹੀ ਮਾੜੀ ਹੋ ਗਈ। ਇੱਕ ਦਿਨ ਉਹ ਫੇਰ ਸਾਧ ਟੱਕਰ ਪਿਆ, ਕਹਿੰਦਾ ਸੰਤ ਜੀ ਤੁਸੀਂ ਚੰਗਾ ਮੇਰਾ ਭਲਾ ਕੀਤਾ। ਉਹ ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ ਰੱਸੀ ਬਣਾ ਕੇ ਜ਼ਿਮੀਂਦਾਰ ਚੁੱਕੀ ਫਿਰਦੇ ਆ, ਪੰਡ ਬੰਨ ਕੇ ਲੈ ਜਾਂਦੇ ਆ ਚਰੀ ਦੀ, ਪੱਠਿਆਂ ਦੀ। ਸਾਧ ਕਹਿਣ ਲੱਗਾ ਵੀ ਮੈਂ ਤੈਨੂੰ ਡੰਗਣੋਂ ਬਨਾ ਕੀਤਾ, ਫੁੰਕਾਰਾ ਤਾਂ ਮਾਰ ਦਿਆ ਕਰ ਕਦੇ ਕਦਾਈ। ਬਾਬਾ ਤਾਰਾ ਸਿੰਘ ਜੀ ਕਹਿੰਦੇ ਆ ਵੀ ਦੱਸੋ ਭਲਾ ਜੇ ਫੁੰਕਾਰਾ ਵੀ ਨਾ ਮਾਰੀਏ, ਭੁਜੰਗੀ ਹੋਈਏ, ਤੇ ਫਿਰ ਗੱਲ ਨਹੀਂ ਬਣਦੀ। ਉਹਦੇ ਬਿਨਾ ਸਾਨੂੰ ਕਿਹਨੇ ਜਾਣਨਾ? ਕਿਸੇ ਨੇ ਤਦੇ ਜਾਣਨਗੇ ਨਾ ਵੀ ਹੈਣ ਰਾਜ ਦੇ ਦਾਅਵੇਦਾਰ ਬੈਠੇ ਆ। ਹਾਂਜੀ, ਹਮ ਦੰਗੋ ਮਚਾਵੇਂ ਯੋ ਲੱਖ ਘਾਤ। ਕਹਿੰਦੇ ਅਸੀਂ ਇਸ ਕਰਕੇ ਜੰਗ ਲੜਦੇ ਆ ਕਿ ਇਹਨਾਂ ਤੁਰਕਾਂ ਨੂੰ, ਮਲੇਛਾਂ ਨੂੰ ਦੱਸਣਾ ਕਿ ਅਸੀਂ ਰਾਜ ਕਰਨ ਦੇ ਦਾਅਵੇਦਾਰ ਆ, ਅਸੀਂ ਰਾਜ ਲੈਣਾ ਤੁਹਾਡੇ ਕੋਲੋਂ ਮਲੇਛੋ। ਇਸ ਕਰਕੇ ਅਸੀਂ ਇਸ ਦੰਗੇ ਤੋਂ, ਜੰਗ ਤੋਂ ਪਿੱਛੇ ਨਹੀਂ ਹਟਦੇ। ਦੋਹਰਾ ਹੋਤੋ ਨਸ਼ਹਿਰੋ ਪੁਰ ਬੜੋ ਮਦ ਪੰਨੂ ਜੱਟ ਬਸਾਏ। ਇੱਥੋਂ ਤੱਕ ਤੇ ਸੀ ਬਾਬੇ ਤਾਰਾ ਸਿੰਘ ਦੀ ਜੀਵਨੀ, ਵੀ ਕਿੱਦਾਂ ਦਾ ਸੁਭਾਅ ਸੀ, ਉਹਨਾਂ ਦਾ ਵਰਣਨ ਹੋਇਆ। ਅੱਗੇ ਉਹਨਾਂ ਦੀ ਸ਼ਹੀਦੀ ਕਿਵੇਂ ਹੁੰਦੀ ਉਹਦਾ ਕਾਰਨ ਦੱਸਣ ਲੱਗੇ ਨੇ। ਇੱਕ ਨਗਰ ਹੈ ਨੌਸ਼ਹਿਰਾ ਪੰਨੂਆ, ਤਰਨਤਾਰਨ ਸਾਹਿਬ ਦੇ ਨੇੜੇ ਹੀ ਪੈ ਜਾਂਦਾ। ਨੌਸ਼ਹਿਰਾ ਪੰਨੂਆ ਇੱਕ ਨਗਰ ਹੈ। ਹੁਤੋ ਨੌਸ਼ਹਿਰੋ ਪੁਰ ਬੜੋ ਮਦ ਪੰਨੂ ਜੱਟ ਬਸਾਏ। ਉਹਦੇ ਵਿੱਚ ਪੰਨੂ ਗੋਤ ਦੇ ਜੱਟ ਵਸਦੇ ਸਨ ਇਸ ਪਿੰਡ 'ਚ। ਨੌਸ਼ਹਿਰਾ ਪੰਨੂਆ ਇੱਧਰ ਹਰੀਕੇ ਪੱਤਣ ਤੋਂ ਥੋੜਾ ਜਿਹਾ ਨੇੜੇ ਪੈ ਜਾਂਦਾ ਹੈ।
ਨਸ਼ਹਿਰਾ ਪੰਨੂਆ ਨਗਰ ਹੈ, ਉਹਦੇ ਵਿੱਚ ਪੰਨੂ ਗੋਤ ਦੇ ਜੱਟ ਵਸਦੇ ਨੇ। ਸਾਹਿਬ ਰਾਏ ਵੱਡ ਚੌਧਰੀ ਹੁਤੋ ਉਸੈ ਕੇ ਮਾਏ। ਉਸ ਪਿੰਡ ਦੇ ਵਿੱਚ ਇੱਕ ਚੌਧਰੀ ਰਹਿੰਦਾ ਸੀ ਪੰਨੂਆਂ ਦਾ, ਉਹਦਾ ਨਾਂ ਸੀ ਸਾਹਿਬ ਰਾਏ, ਚੌਧਰੀ ਸਾਹਿਬ ਰਾਏ। ਇਹ ਪੰਨੂ ਗੋਤ ਦਾ ਹੀ ਸੀ ਔਰ ਉਸੇ ਨਗਰ 'ਚ ਹੀ ਰਹਿੰਦਾ ਸੀ। ਚੌਪਈ ਦੋਏ ਘੋੜੀ ਉਸ ਘਰ ਥੀ ਚੰਗੀ। ਇਹਦੇ ਘਰ 2 ਘੋੜੀਆਂ ਸਨ, ਚੰਗੀਆਂ ਵਧੀਆ ਕੀਮਤੀ ਨਸਲੀ ਘੋੜੀਆਂ ਸਨ। ਪਰ ਖੇਤੀ ਚਰਾਵਤ ਨੈ ਸੰਗੀ। ਇਹ ਕੀ ਕਰਦਾ ਸੀ? ਉਹ ਘੋੜੀਆਂ, ਚੌਧਰੀ ਸੀ ਪਿੰਡ ਦਾ, ਤੇ ਆਮ ਖੇਤਾਂ ਦੇ ਵਿੱਚ ਬਾਕੀ ਲੋਕਾਂ ਦੇ ਖੇਤਾਂ 'ਚ ਛੱਡਦਾ ਸੀ ਵੀ ਚਰੀ ਜਾਣ, ਤੇ ਸੰਗ ਨਹੀਂ ਸੀ ਕਰਦਾ ਵੀ ਦੂਜੇ ਦੀ ਫਸਲ ਖਰਾਬ ਹੁੰਦੀ ਹੈ। ਇਹਦੇ ਜਿੱਥੇ ਇਹਦੇ ਆਪਣੇ ਖੇਤ ਸੀ, ਲਾਗੇ 2 ਸਿੰਘਾਂ ਦੇ ਖੇਤ ਸੀ, ਉਹਨਾਂ ਵਿੱਚ ਛੱਡ ਦਿਆ ਕਰੇ ਜਾਣ ਬੁੱਝ ਕੇ। ਸਿੰਘਾਂ ਦਾ ਤਾਂ ਅੱਗੇ ਪਹਿਲਾਂ ਦੁਸ਼ਮਣ ਬਣੇ ਹੋਏ ਸੀ, ਪਤਾ ਖਾਲਸੇ ਦਾ ਵੈਰੀ ਬਣਿਆ ਹੋਇਆ ਸੀ ਉਹਨਾਂ ਦਿਨਾਂ 'ਚ। ਇਹਨੇ ਵੇਖਿਆ ਵੀ ਨਾ ਕਿਹੜਾ ਬੋਲਣਾ, ਨਾਲੇ ਚੌਧਰੀ ਸੀ, ਤੁਰਕਾਂ ਨਾਲੇ ਦੀ ਗੱਲਬਾਤ ਸੀ, ਪੱਟੀ ਦਾ ਜਿਹੜਾ ਨਵਾਬ ਸੀ ਉਹਦੇ ਨਾਲੇ ਦੀ ਮਿੱਤਰਤਾ ਸੀ, ਵੀ ਜੇ ਬੋਲੇ ਤਾਂ ਮੈਂ ਜਾ ਕੇ ਉਹਦੇ ਕੋਲ ਕਹਿ ਦਿਆਂਗਾ ਤੇ ਨਾਲੇ ਫੜਾ ਕੇ ਮੈਨੂੰ ਇਨਾਮ ਮਿਲੇਗਾ। ਏਦਾਂ ਦੀ ਬਿਰਤੀ ਸੀ ਚੌਧਰੀ ਸਾਹਿਬ ਰਾਏ ਦੀ। ਇਹਨੇ ਖੇਤਾਂ ਦੇ ਵਿੱਚ ਆਪਣੀਆਂ ਘੋੜੀਆਂ ਖੁੱਲੀਆਂ ਛੱਡ ਦੇਣੀਆਂ ਤੇ ਫਸਲਾਂ ਉਹਨਾਂ ਨੇ ਤਬਾਹ ਕਰਨੀਆਂ। ਤੈਂ ਪੀ ਦੋਏ ਸਿੰਘ ਖੇਤੀ ਕਰਾਵਤ। ਉੱਥੇ ਦੀ ਖੇਤ ਦੇ ਨਾਲ ਹੀ 2 ਸਿੰਘਾਂ ਦੇ ਖੇਤ ਸੀ, ਉਹ ਵੀ ਉਸੇ ਪਿੰਡ ਦੇ ਹੀ ਰਹਿਣ ਵਾਲੇ ਸੀ, ਨਸ਼ਹਿਰੇ ਪੰਨੂਆਂ ਦੇ। ਉੱਥੇ ਉਹ ਖੇਤੀ ਕਰਦੇ ਸਨ। ਸੋ ਕੋੜੀ ਚੌਧਰੀ ਚਰ ਜਾਵਤ। ਉਹਨਾਂ ਨੇ ਕੋਈ ਘਾਹ ਪੱਠਾ ਲਾਉਣਾ ਜਾਂ ਕੋਈ ਕਣਕ ਵਗੈਰਾ ਬੀਜਣੀ, ਕੋਈ ਹੋਰ ਫਸਲ ਬੀਜਣੀ, ਇਹਨੇ ਕੀ ਕਰਨਾ, ਜਾਣ ਬੁੱਝ ਕੇ ਵੇਖਣਾ ਵੀ ਜਦੋਂ ਹਰਾ ਜਾ ਹੋ ਗਿਆ ਨਾ, ਇਹਨੇ ਘੋੜੀਆਂ ਜਾਣ ਕੇ ਛੱਡ ਦੇਣੀਆਂ ਵਿੱਚ। ਉਹ ਸਿੰਘਾਂ ਦੀ ਜਿਹੜੀ ਖੇਤੀ ਉਹਨਾਂ ਨੇ ਘੋੜੀਆਂ ਨੇ ਚਰ ਜਾਣੀ ਤੇ ਸਾਰਾ ਖੇਤ ਉਹਨਾਂ ਨੇ ਤਬਾਹ ਕਰ ਦੇਣਾ। ਤੋ ਸਿੰਘ ਸਾਹਿਬ ਰਾਏ ਪੈ ਗਏ। ਕਈ ਦਿਨ ਸਿੰਘ ਵੇਖਦੇ ਰਹੇ, ਅਖੀਰ ਨੂੰ ਦੁਖੀ ਹੋ ਕੇ ਨਾ ਉਹ ਸਿੰਘ ਸਾਹਿਬ ਰਾਏ ਚੌਧਰੀ ਕੋਲ ਗਏ। ਬੰਨੋ ਕੋੜੀ ਤੋ ਹਮ ਖੇਤ ਰਹੇ। ਕਹਿਣ ਲੱਗੇ, ਚੌਧਰੀ ਜੀ ਤੁਸੀਂ ਪਿੰਡ ਦੇ ਚੌਧਰੀ ਹੋ ਤੇ ਪਿੰਡ ਦੇ ਚੌਧਰੀ ਹੋਣ ਦੇ ਨਾਤੇ ਸਾਰੇ ਪਿੰਡ ਦਾ ਖਿਆਲ ਰੱਖਣਾ ਤੁਹਾਡਾ ਫਰਜ਼ ਹੈ। ਤੁਹਾਡੀਆਂ ਘੋੜੀਆਂ ਸਾਡੇ ਖੇਤ ਵਿੱਚ ਆ ਕੇ ਚਰਦੀਆਂ ਨੇ, ਫਸਲ ਤਬਾਹ ਹੋ ਜਾਂਦੀ ਹੈ, ਤੇ ਕਿਰਪਾ ਕਰਕੇ ਘੋੜੀਆਂ ਬੰਨ ਲਿਆ ਕਰੋ। ਸਿੰਘਾਂ ਨੇ ਤਾਂ ਏਦਾਂ ਜਾ ਕੇ ਚੌਧਰੀ ਦਾ ਸਤਿਕਾਰ ਕਰਕੇ ਉਹਨੂੰ ਬੇਨਤੀ ਕੀਤੀ ਕਿ ਤੂੰ ਆਪਣੀਆਂ ਘੋੜੀਆਂ ਜਿਹੜੀਆਂ ਨੇ ਉਹ ਬੰਨ ਲਿਆ ਕਰ, ਪਛਾੜੀ ਪਾ ਕੇ ਜਾਂ ਰੱਸਾ ਪਾ ਕੇ। ਤੋ ਚੌਧਰੀ ਕਈ ਸਿੰਘ ਨੀ ਉਚਾਰ। ਅੱਗੋਂ ਚੌਧਰੀ ਵਿਗੜਿਆ ਸੀ ਸਾਹਿਬ ਰਾਏ, ਸਿੰਘਾਂ ਨੂੰ ਬੋਲਿਆ, ਕਹਿਣ ਲੱਗਾ, ਤੁਮ ਘੋੜੀ ਰਖਾਵੋ ਹਮ ਮੁੰਨੇ ਚਾਹੇ ਤੁਮ ਵਾਰ। ਇਹ ਪਾਪੀ ਇੱਥੋਂ ਤੱਕ ਬੋਲਿਆ ਨੀਚ ਸਾਹਿਬ ਰਾਏ, ਨਾ ਸਾਹਿਬ ਰਾਏ ਹੈ ਇਹ ਪਾਪੀ ਬੋਲਿਆ। ਕਹਿਣ ਲੱਗਾ ਵੀ ਤੁਸੀਂ ਘੋੜੀਆਂ ਮੇਰੀਆਂ ਬਣਾਉਣਾ ਚਾਹੁੰਦੇ ਹੋ, ਮੈਂ ਤੁਹਾਡੇ ਕੇਸ ਮੁੰਨਣਾ ਚਾਹੁੰਦਾ, ਤੇ ਤੁਹਾਡੇ ਕੇਸ ਮੁੰਨ ਕੇ ਤੇ ਉਹਦੇ ਰੱਸੇ ਬਣਾਵਾਂਗਾ, ਫਿਰ ਮੈਂ ਇਹ ਘੋੜੀਆਂ ਬੰਨਾਂਗਾ। ਇਹ ਬੋਲ ਇਸ ਪਾਪੀ ਨੇ ਬੋਲੇ ਸਿੰਘਾਂ ਨੂੰ। ਸੁਨ ਸਿੰਘਨ ਤਨ ਮਨ ਲੱਗੀ ਆਗ। ਜਦੋਂ ਕੇਸਾਂ ਬਾਬਤ ਤੇ ਬੋਲੇ ਦੇ ਕੋਲੋਂ ਸੁਣੇ ਨਾ, ਪਾਪੀ ਕੋਲੋਂ, ਚੌਧਰੀ ਕੋਲੋਂ, ਸਿੰਘਾਂ ਦੇ ਤਨ ਮਨ ਨੂੰ ਅੱਗ ਲੱਗ ਗਈ। ਸਭ ਕੁਝ ਬਰਦਾਸ਼ਤ ਕਰ ਸਕਦਾ ਸਿੰਘ, ਪਰ ਕੋਈ ਦੂਜਾ ਕੇਸਾਂ ਦੇ ਬਾਬਤ ਬੋਲੇ, ਸਾਡੇ ਕੇਸਾਂ ਦੀ ਬੇਅਦਬੀ ਬਾਰੇ ਬੋਲੇ, ਕਿਵੇਂ ਬਰਦਾਸ਼ਤ ਕਰ ਸਕਾਂਗੇ। ਇਹ ਪੁਰਾਤਨ ਸਿੰਘ ਸੀ ਗੁਰੂ ਖਾਲਸਾ ਜੀ। ਅੱਜ ਕੱਲ ਤਾਂ ਨਾਈਆਂ ਦੀ ਦੁਕਾਨ ਤੇ ਸਿੰਘਾਂ ਦੇ ਬੱਚੇ ਆਪ ਕੇਸ ਕੱਟ ਕੇ ਦੇ ਕੇ ਆਉਂਦੇ ਆ। ਸੁਣੋ ਭਾਈ, ਉਸ ਵੇਲੇ ਜਦੋਂ ਕੇਸਾਂ ਵਾਲਿਆਂ ਨੂੰ ਕੇਸਨ ਵਾਲੇ ਜੋ ਨਰ ਹੋਈ, ਬਾਲ ਬਿਰਧ ਲਬ ਛੱਡੋ ਨਾ ਕੋਈ, ਇਹ ਹੁਕਮ ਸੀ। ਜਿਹੜਾ ਕੋਈ ਕੇਸਾਂ ਵਾਲਾ ਦਿਸੇ, ਬੱਚਾ ਹੋਵੇ, ਬਜ਼ੁਰਗ ਹੋਵੇ, ਬਾਲਕ ਹੋਵੇ, ਫੜ ਕੇ ਲੈ ਚੱਲੋ, ਵੱਢ ਦਿਓ ਉਹਨਾਂ ਨੂੰ, ਕੱਟ ਦਿਓ ਗਲੇ ਉਹਨਾਂ ਦੇ, 80 ਰੁਪਏ ਮਿਲੇਗਾ ਇੱਕ ਬੰਦੇ ਦੇ ਸਿਰ ਬਦਲੇ। ਉਦੋਂ ਵੀ ਸਿੰਘਾਂ ਨੇ ਕੇਸ ਕਤਲ ਨਹੀਂ ਕਰਵਾਏ। ਅੱਜ ਤਾਂ ਸਾਰੀਆਂ ਸਹੂਲਤਾਂ ਨੇ, ਬਾਦਸ਼ਾਹੀਆਂ ਦਿੱਤੀਆਂ ਗੁਰੂ ਸਾਹਿਬ ਨੇ, ਸਰਦਾਰੀਆਂ ਦਿੱਤੀਆਂ, ਕਿਉਂ ਨਾਈਆਂ ਦੀਆਂ ਦੁਕਾਨਾਂ ਤੇ ਰੋੜ ਕੇ ਆਉਂਦੇ ਹੋ ਭਾਈ। ਜਦੋਂ ਇਹਨੇ ਕਿਹਾ ਨਾ, ਚੌਧਰੀ ਨੇ, ਕਹਿੰਦਾ ਤੁਸੀਂ ਮੇਰੀਆਂ ਘੋੜੀਆਂ ਬਣਾਉਣਾ ਚਾਹੁੰਦੇ ਹੋ, ਮੈਂ ਤੁਹਾਡੇ ਕੇਸ ਮੁੰਨਣਾ ਚਾਹੁੰਦਾ,
ਤੇ ਉਹਦੇ ਰੱਸੇ ਬਣਾਵਾਂਗਾ, ਉਹਦੇ ਨਾਲ ਘੋੜੀਆਂ ਬੰਨਾਂਗਾ। ਸੁਨ ਸਿੰਘਨ ਤਨ ਮਨ ਲੱਗੀ ਆਗ। ਸੁਣ ਕੇ ਸਿੰਘਾਂ ਦੇ ਤਨ ਤੇ ਮਨ ਨੂੰ ਅੱਗ ਲੱਗ ਗਈ। ਕਹੇ ਕਹਾਂ ਕਰੇ ਕਿਛ ਕਾਬੂ ਨ ਲਾਗ। ਪਰ ਕਰਨ ਕੀ ਚੌਧਰੀ ਸੀ, ਸਿੰਘ ਵਿਚਾਰੇ ਸਮਰੱਥ ਸੀ, ਉਸ ਵੇਲੇ ਗ੍ਰਸਤੀ ਸਿੰਘ ਸੀ, ਪਿੰਡ 'ਚ ਰਹਿੰਦੇ ਸੀ। ਇੱਕਦਮ ਉਹ ਕਹਿੰਦੇ ਹੁਣ ਕੀ ਕਰੀਏ। ਬੋ ਟੱਬਰਦਾਰੀ ਐ ਪਿੰਡ ਮਾਏ। ਕਾਰਨ ਇਹ ਸੀ ਦੋਹਾਂ ਸਿੰਘਾਂ ਦਾ ਟੱਬਰ ਰਹਿੰਦਾ ਸੀ ਪਿੰਡ 'ਚ, ਪਰਿਵਾਰ ਸੀ, ਬੱਚੇ ਸੀ, ਭਰਾ ਸੀ, ਸੰਬੰਧੀ ਸੀ। ਸੋਚਿਆ ਵੀ ਅਸੀਂ ਤਾਂ ਇਹਨੂੰ ਮਾਰ ਦਿਆਂਗੇ, ਮੁੜ ਕੇ ਨਾ ਸਾਡਾ ਸਾਰਾ ਟੱਬਰ ਖਤਮ ਕਰ ਦੇਣਾ। ਹਾਂਜੀ, ਨਹੀਂ ਮਾਰ ਮਾਰਤ ਤੁਮ ਕੋ ਅਬ ਥਾਏ। ਕਹਿਣ ਲੱਗੇ ਚੌਧਰੀ ਸਾਹਿਬ ਰਾਏ, ਜਿਹੋ ਜੇ ਤੂੰ ਬੋਲੇ ਨੇ ਨਾ, ਅਸੀਂ ਆਪਣੇ ਟੱਬਰਾਂ ਦੀ ਪਰਵਾਹ ਕਰਕੇ ਤੈਨੂੰ ਚੱਲਿਆ, ਛੱਡ ਕੇ ਨਹੀਂ ਤਾਂ ਹੁਣੇ ਤੈਨੂੰ ਥਾਏ ਮਾਰ ਦਿੰਦੇ। ਹਾਂਜੀ, ਸੋ ਗਏ ਸਿੰਘ ਦੁਖਤ ਭੁਸਿਓ ਗਿਰਾਏ। ਪਰ ਦੁੱਖ ਬੜਾ ਲੱਗਾ ਸਿੰਘਾਂ ਨੂੰ ਇਸ ਗੱਲ ਦਾ। ਉਹਨਾਂ ਨੂੰ ਆਪਣੀ ਖੇਤੀ ਉਜੜੀ ਦਾ ਉਹਨਾਂ ਦੁੱਖ ਨਹੀਂ ਸੀ ਜਿੰਨਾ ਇਹਦੇ ਇਹੋ ਜਿਹੇ ਬੋਲ ਨਾਲ ਦੁੱਖ ਲੱਗਾ। ਦੁਖੀ ਪਹਿਲਾਂ ਤਾਂ ਸਿੰਘ ਸੱਜੇ ਖੱਬੇ ਵੇਖਦੇ ਰਹੀਏ, ਕੀ ਕਰੀਏ, ਹੱਥਾਂ ਨੂੰ ਚੱਕ ਵੱਢਣ। ਲਾਗੇ ਇੱਕ ਨਗਰ ਹੈ ਪੁੱਸਾ, ਉਸ ਪੁੱਸੇ ਪਿੰਡ ਦੇ ਵਿੱਚ ਦੋਵੇਂ ਸਿੰਘ ਗਏ। ਹੁਤ ਬਗੇਲ ਸਿੰਘ ਅਮਰ ਸਿੰਘ ਢਿੱਲੋ ਥਾਈ। ਉਸ ਪਿੰਡ ਦੇ ਵਿੱਚ ਦੋ ਸਿੰਘ ਰਹਿੰਦੇ ਸੀ। ਯੋਧੇ ਨੇ ਆਖਿਆ ਵੀ ਸਿੰਘਾਂ ਨੇ ਸਿੰਘਾਂ ਕੋਲ ਹੀ ਜਾ ਕੇ ਗੱਲ ਕਰਨੀ ਹੈ। ਉਹ ਦੋ ਸਿੰਘਾਂ ਕੋਲ ਜਾ ਕੇ ਇਹਨਾਂ ਨੇ ਗੱਲ ਕੀਤੀ, ਜਿਹੜੇ ਪੁੱਸੇ ਪਿੰਡ ਦੇ ਰਹਿਣ ਵਾਲੇ ਸੀ। ਉਹਨਾਂ ਚੋਂ ਇੱਕ ਦਾ ਨਾਂ ਸੀ ਭਾਈ ਬਘੇਲ ਸਿੰਘ ਤੇ ਦੂਜੇ ਦਾ ਨਾਂ ਸੀ ਅਮਰ ਸਿੰਘ ਢਿੱਲੋਂ। ਹਾਂਜੀ, ਸਾਧੋਨ ਕੋ ਦਈ ਘੋੜੀ ਕਢਾਏ। ਉਹਨਾਂ ਨੂੰ ਸੱਦਿਆ ਵੀ ਸਿੰਘੋ ਸਾਡੀ ਮਦਦ ਕਰੋ। ਉਹ ਚੌਧਰੀ ਦੀਆਂ ਘੋੜੀਆਂ ਫਿਰਦੀਆਂ ਨੇ, ਵੀ ਉਹ ਘੋੜੀਆਂ ਤੁਸੀਂ ਉੱਥੋਂ ਹਰਨ ਕਰਕੇ ਲੈ ਜਾਓ। ਇਹਨੂੰ ਚੋਰੀ ਨਹੀਂ ਕਹਿੰਦੇ, ਇਹਨੂੰ ਕਹਿੰਦੇ ਆ ਲੁੱਟਮਾਰ। ਲੁੱਟਮਾਰ ਦਾ ਮਤਲਬ ਵੀ ਇਹ ਧੱਕਾ ਕਰਦਾ ਸੀ, ਉਹ ਘੋੜੀਆਂ ਜਾਣ ਬੁੱਝ ਕੇ ਖੇਤਾਂ 'ਚ ਵਾੜਦਾ ਸੀ, ਫਿਰ ਲੈ ਜਾਓ, ਨਹੀਂ ਬੰਦਾ ਬਣਦਾ ਤਾਂ ਇਹਨੂੰ ਲੁੱਟ ਮਾਰ ਕੇ ਦੰਡ ਦੇਣ ਵਾਸਤੇ। ਜਿਹੜਾ ਕਿਸੇ ਨੂੰ ਦੰਡ ਦੇਣ ਵਾਸਤੇ ਹੋਵੇ ਉਹਨੂੰ ਕਹਿੰਦੇ ਆ ਲੁੱਟਮਾਰ। ਸਿੰਘਾਂ ਆਖਿਆ ਬਘੇਲ ਸਿੰਘ ਜੀ, ਅਮਰ ਸਿੰਘ ਜੀ, ਉਹ ਘੋੜੀਆਂ ਤੁਸੀਂ ਉੱਥੋਂ ਲੈ ਜਾਓ ਸ਼ੇਰ ਪੰਜਾ ਮਾਰ ਕੇ। ਉਨ ਅੱਗੇ ਦਈ ਕਰਿਆਲੇ ਪੁਚਾਏ। ਸਿੰਘ ਗਏ, ਪਿੰਡ 'ਚ ਫਿਰਦੀਆਂ ਸੀ ਘੋੜੀਆਂ, ਸਾਹਿਬ ਰਾਏ ਆਪਣੇ ਘਰ ਸੀ। ਉਹਨੂੰ ਬੇਫਿਕਰੀ ਸੀ ਵੀ ਮੇਰੀਆਂ ਘੋੜੀਆਂ ਕਿਹਨੇ ਲੈ ਕੇ ਜਾਣੀਆਂ। ਸਿੰਘ ਗਏ, ਦੋਹਾਂ ਘੋੜੀਆਂ ਨੂੰ ਪਾਈ ਕਾਠੀ ਲਗਾਮ ਤੇ ਲੈ ਕੇ ਉੱਥੋਂ ਲਾਗੇ ਘਰਿਆਲਾ ਪਿੰਡ ਆ, ਇੱਕ ਘਰਿਆਲਾ ਮਾਝੇ 'ਚ, ਉਸ ਪਿੰਡ 'ਚ ਲਿਆ ਕੇ ਸਿੰਘਾਂ ਨੇ ਦੇ ਦਿੱਤੀਆਂ ਇੱਕ ਸਿੰਘ ਨੂੰ। ਦੋਹਰਾ ਅੱਗੋਂ ਲੈ ਲਖਮੀਰ ਸਿੰਘ ਸੰਧੂ ਜੰਗਲ ਵੇਚੀ ਜਾਏ। ਘਰਿਆਲੇ ਪਿੰਡ ਦਾ ਸੀ ਭਾਈ ਲਖਮੀਰ ਸਿੰਘ ਸੰਧੂ। ਉਹਦੇ ਕੋਲ ਜਾ ਕੇ ਉਹ ਦੋਵੇਂ ਘੋੜੀਆਂ ਸਿੰਘਾਂ ਨੇ ਦਿੱਤੀਆਂ। ਕਹਿੰਦੇ ਭਾਈ ਲਖਮੀਰ ਸਿੰਘ ਇਹ ਲੈ ਜਾ ਤੇ ਉਧਰ ਜੰਗਲ 'ਚ ਮਾਲ ਵਿੱਚ ਜਾ ਕੇ ਵੇਚ ਕੇ, ਵੀ ਤੇ ਨੇੜੇ ਤੇੜੇ ਨਾ ਰੱਖੀ, ਜੰਗਲ 'ਚ ਵੇਚ ਕੇ ਤੇ ਉੱਥੋਂ ਜਿਹੜੀ ਮਾਇਆ ਮਿਲੇ ਉਹ ਮਾਇਆ ਦਾ ਗੱਫਾ ਲਿਆ ਕੇ ਬਾਬੇ ਤਾਰਾ ਸਿੰਘ ਬਾਂ ਦੇ ਲੰਗਰਾਂ 'ਚ ਪਾ ਦਿਓ। ਇੱਥੋਂ ਇਹ ਕਾਰਨ ਬਣਦਾ ਬਾਬੇ ਤਾਰਾ ਸਿੰਘ ਦੀ ਸ਼ਹੀਦੀ ਦਾ। ਹਾਂਜੀ, ਫਿਰ ਬਾਏ ਤਾਰੇ ਸਿੰਘ ਪੈ ਦੇ ਲੰਗਰ ਪੈਸੇ ਪਾਏ। ਕਹਿੰਦੇ ਲਖਮੀਰ ਸਿੰਘ ਨੇ ਲਿਆ ਕੇ ਉਹ ਦੋਵੇਂ ਘੋੜੀਆਂ ਇੱਧਰ ਮਾਲ ਵਿੱਚ ਲਿਆ ਕੇ ਵੇਚ ਦਿੱਤੀਆਂ। ਜਿਹੜੀ ਮਾਇਆ ਮਿਲੀ ਤੇ ਉਹ ਮਾਇਆ ਲਿਆ ਕੇ ਬਘੇਲ ਸਿੰਘ ਹੋਣਾ ਨੂੰ ਦਿੱਤੀ, ਵੀ ਲਓ ਬਘੇਲ ਸਿੰਘ ਜੀ ਮਾਇਆ ਤੁਸੀਂ ਲਓ। ਤੇ ਭਾਈ ਬਘੇਲ ਸਿੰਘ ਤੇ ਅਮਰ ਸਿੰਘ ਨੇ ਉਹ ਮਾਇਆ ਲਿਆ ਕੇ ਬਾਬੇ ਤਾਰਾ ਸਿੰਘ ਜੀ ਬਾਂ ਦੇ ਕੋਲ ਆ ਗਏ। ਪਤਾ ਸੀ ਵੀ ਹੋਰ ਤਾਂ ਹੁਣ ਸਾਨੂੰ ਕਿਤੇ ਠਾਰ ਨਹੀਂ ਮਿਲਣੀ, ਵੀ ਇੱਕ ਬਾਬਾ ਤਾਰਾ ਸਿੰਘ ਹੀ ਆ ਜਿਹੜਾ ਦੂਜੇ ਘਰ ਦੀ ਬਲਾ ਆਪਣੇ ਗਲ ਪਾਉਂਦਾ, ਨਹੀਂ ਤਾਂ ਹੋਰ ਕੋਈ ਹੁੰਦਾ ਉਹਨੇ ਕਹਿਣਾ ਸੀ ਵੀ ਤੁਹਾਡੀ ਬਲਾ ਤੁਸੀਂ ਆਪੇ ਸੰਭੋ। ਅੱਜ ਦੇ ਵਾਂਗੂ ਕੋਈ ਸਿੰਘ ਹੁੰਦਾ ਵੀ ਤੁਸੀਂ ਆਪਣਾ ਆਪੇ ਨਿਬੜੋ ਭਾਈ, ਅਸੀਂ ਕਿਉਂ ਤੁਹਾਡੀ ਮਦਦ ਕਰੀਏ। ਵੇਖੋ ਇਹਨੂੰ, ਇਹ ਜਿਹੜਾ ਪਿੱਛੇ ਬਚਨ ਆਇਆ ਨਾ ਵੀ ਦੂਜੇ ਦੇ ਘਰ ਜਾਂਦੀ ਬਲਾ ਆਪਣੇ ਘਰ ਰੋਕ ਲੈਂਦੇ ਆ। ਲੜਾਈ ਵੀ ਏਦਾਂ ਰੋਕਦੇ, ਏਦਾਂ ਨਹੀਂ ਵੀ ਬਿਨਾਂ ਗੱਲ ਤੋਂ ਹੀ ਕਿਸੇ ਨਾਲ ਲੜਾਈ ਝਗੜਾ ਕਰਨਾ। ਅਮਰ ਸਿੰਘ ਤੇ ਭਾਈ ਬਘੇਲ ਸਿੰਘ ਹੋਣਾ ਨੇ ਸੋਚਿਆ ਵੀ ਹੁਣ ਬਾਬੇ ਤਾਰਾ ਸਿੰਘ ਤੋਂ ਬਿਨਾਂ ਨਹੀਂ ਸਾਡੀ ਬਾਂਹ ਫੜਨੀ ਕਿਸੇ। ਬਾਬੇ ਤਾਰਾ ਸਿੰਘ ਕੋਲ ਆ ਕੇ ਲੰਗਰਾਂ ਵਿੱਚ ਆਖਿਆ, ਬਾਬਾ ਜੀ ਮਾਇਆ ਦੇ ਗੱਫੇ ਭੇਜੇ ਆ ਸਤਿਗੁਰਾਂ ਨੇ, ਆ ਲੰਗਰਾਂ 'ਚ ਪਾਓ। ਨਾਲੇ ਸਾਰੀ ਗੱਲ ਦੱਸ ਦਿੱਤੀ। ਚੋਪਈ
ਮਗਰ ਸਾਹਿਬ ਰਾਏ ਸੇਲੂ ਦੌੜੇ। ਸਾਹਿਬ ਰਾਏ ਨੂੰ ਭਾਜੜ ਪੈ ਗਈ ਵੀ ਮੇਰੀਆਂ ਘੋੜੀਆਂ ਕਿਤੇ ਗਈਆਂ। ਉਹਨੇ ਪੈੜ ਲੱਭਣ ਵਾਲੇ ਹੁੰਦੇ ਆ, ਇਨਕੁਆਰੀ ਕਰਨ ਵਾਲੇ, ਉਹਨਾਂ ਨੂੰ ਸੇਲੂ ਕਹਿੰਦੇ ਆ। ਉਹ ਪੈੜ ਲੱਭਣ ਵਾਲੇ ਪਿੱਛੇ ਸੂਈਏ ਲਾਏ, ਖੋਜੀ ਵੀ ਖੋਜ ਕਰੋ ਕਿੱਥੇ ਗਈਆਂ ਘੋੜੀਆਂ ਦੇ ਪੈਰਾਂ ਦੇ ਨਿਸ਼ਾਨ ਕਿੱਧਰ ਨੂੰ ਜਾਂਦੇ ਨੇ। ਲੈ ਪੁੱਜੇ ਖੋਜ ਸੋ ਪੀ ਤਿਸ ਨੇੜੇ। ਉਹਨਾਂ ਨੇ ਉਸੇ ਵੇਲੇ 2-4 ਦਿਨਾਂ 'ਚ ਖੋਜ ਕੀਤੀ ਕਿ ਕਿਵੇਂ ਕਿਵੇਂ ਬਘੇਲ ਸਿੰਘ ਹੋਣੀ ਲਖਮੀਰ ਸਿੰਘ ਨੂੰ ਘਰਿਆਲੇ ਦੇ ਕੇ ਆਏ, ਲਖਮੀਰ ਸਿੰਘ ਘਰਿਆਲਿਓਂ ਕਿਵੇਂ ਮਾਲਵੇ 'ਚ ਜਾ ਕੇ ਵੇਚ ਕੇ ਆਇਆ। ਉਹ ਸਾਰੀ ਗੱਲਬਾਤ ਉਹਨਾਂ ਨੇ ਦੱਸ ਦਿੱਤੀ। ਉਸ ਖੋਜੀ ਸਿੰਘ ਚੋਰ ਬਣਾਏ। ਉਹਨੇ ਖੋਜ ਕੀਤੀ, ਕਹਿਣ ਲੱਗਾ ਜਾ ਕੇ ਸਾਹਿਬ ਰਾਏ ਚੌਧਰੀ ਨੂੰ, ਜਿਹੜੇ ਖੋਜੀ ਸੀ ਨਾ ਲੱਭਣ ਵਾਲੇ ਘੋੜੀਆਂ, ਕਹਿਣ ਲੱਗੇ ਜੀ ਜਿਹੜੇ ਉਹ ਸਿੰਘ ਨੇ ਉਹ ਚੋਰ ਨੇ, ਬਘੇਲ ਸਿੰਘ ਤੇ ਅਮਰ ਸਿੰਘ ਹੋਣੀ। ਉਨ ਸਿੰਘਨ ਲੁਕਨ ਠੋਰ ਲਭਾਏ। ਕਹਿਣ ਲੱਗਾ ਵੀ ਕਿੱਥੇ ਨੇ ਹੁਣ ਉਹ। ਉਧਰੋਂ ਸਿੰਘਾਂ ਨੇ ਵੇਖਿਆ ਵੀ ਸਾਨੂੰ ਲੁਕਣ ਵਾਸਤੇ ਥਾਂ ਤਾਂ ਹੁਣ ਕੇਵਲ ਬਾਬੇ ਤਾਰਾ ਸਿੰਘ ਕੋਲ ਹੀ ਮਿਲਣੀ ਹੈ। ਤੇ ਨੱਠੇ ਆਏ ਬਹੇ ਤਾਰੇ ਸਿੰਘ ਪਾਸ। ਪਤਾ ਲੱਗਾ ਵੀ ਸਾਹਿਬ ਰਾਏ ਚੌਧਰੀ ਹੁਣ ਸਾਨੂੰ ਫੜੇਗਾ। ਤੋ ਭਾਈ ਬਘੇਲ ਸਿੰਘ ਤੇ ਭਾਈ ਅਮਰ ਸਿੰਘ ਜੀ ਆ ਕੇ ਬਾਬੇ ਤਾਰਾ ਸਿੰਘ ਵਾਂ ਕੋਲ ਠਹਿਰ ਗਏ। ਵੈ ਜੋ ਜੀਵਨ ਰੱਖੇ ਨ ਆਸ। ਬਾਬਾ ਤਾਰਾ ਸਿੰਘ ਵਾਂ ਉਹ ਸੀ ਜਿਹੜਾ ਜੀਵਨ ਦੀ ਆਸ ਹੀ ਨਹੀਂ ਸੀ ਰੱਖਦਾ, ਜਿਹਨੇ ਮਰਨਾ ਮੰਡਿਆ ਹੋਇਆ ਸੀ ਆਪਣੇ ਹਿਰਦੇ 'ਚ। ਤੈਂ ਹੀ ਆਪ ਸਾਹਿਬ ਰਾਏ ਆਇਆ। ਸਾਹਿਬ ਰਾਏ ਚੌਧਰੀ ਨੂੰ ਪਤਾ ਲੱਗਾ ਵੀ ਜਿਹੜੇ ਮੇਰੇ ਮੁਰਜਮ ਨੇ ਉਹ ਇਸ ਵੇਲੇ ਬਾਬੇ ਤਾਰਾ ਸਿੰਘ ਕੋਲ ਨੇ। ਉਹ ਉਸੇ ਵੇਲੇ ਪਿੱਛਾ ਕਰਦਾ ਕਰਦਾ ਬਾਬੇ ਤਾਰਾ ਸਿੰਘ ਦੇ ਪਿੰਡ ਵਾਂ ਆ ਗਿਆ, ਪੰਨੂਆਂ ਤੋਂ ਚੱਲ ਕੇ, ਨਸ਼ਹਿਰੇ ਪੰਨੂਆਂ ਤੋਂ ਆਏ ਤਾਰੇ ਸਿੰਘ ਬੋਲ ਸੁਨਾਇਆ। ਆ ਕੇ ਬਾਬੇ ਤਾਰਾ ਸਿੰਘ ਨੂੰ ਬੋਲਿਆ, ਸਾਹਿਬ ਰਾਏ ਹਮਰੇ ਦਿਓ ਤੂੰ ਚੋਰ ਫੜਾਏ। ਕਹਿਣ ਲੱਗਾ ਸਾਡੇ ਚੋਰ ਨੇ ਤੇਰੇ ਕੋਲ ਮੇਰੀਆਂ ਘੋੜੀਆਂ ਲੈ ਗਏ ਨੇ ਚੋਰੀ ਕਰਕੇ, ਉਹ ਤੇਰੇ ਕੋਲ ਨੇ ਤੇ ਮੇਰੇ ਹਵਾਲੇ ਕਰਕੇ ਮੈਨੂੰ ਫੜਾ ਦੇ। ਨੈ ਦੇ ਹੈ ਲਿਓ ਲਾਹੌਰ ਮੰਗਵਾਏ। ਨਹੀਂ ਤਾਂ ਫਿਰ ਮੈਂ ਲਾਹੌਰ ਜਾ ਕੇ ਸੱਦਾਂਗਾ ਤੁਹਾਨੂੰ, ਫਿਰ ਨਾਲ ਤੁਹਾਨੂੰ ਵੀ ਆਉਣਾ ਪੈਣਾ ਬਾਬਾ ਤਾਰਾ ਸਿੰਘ ਜੀ। ਇਸ ਕਰਕੇ ਉਹ ਦੋਵੇਂ ਬੰਦੇ ਚੋਰ ਨੇ, ਮੇਰੇ ਹਵਾਲੇ ਕਰੋ। ਅਬ ਤੂੰ ਰੱਖ ਇਨ ਖੂਬ ਸੰਭਾਲ। ਤੇ ਜੇ ਨਹੀਂ ਮੇਰੇ ਹਵਾਲੇ ਕਰਨੇ ਤੇ ਹੁਣ ਸੰਭਾਲ ਕੇ ਰੱਖ ਜਿੰਨਾ ਮਰਜ਼ੀ ਇਹਨਾਂ ਨੂੰ, ਮੈਂ ਰਹਿਣ ਨਹੀਂ ਦੇਣਾ ਤੇਰੇ ਕੋਲ ਇਹਨਾਂ ਨੂੰ, ਮੈਂ ਲਾਹੌਰ ਇਹਨਾਂ ਨੂੰ ਸਾਦੀ ਲੈਣਾ। ਮਤ ਕਤ ਲੁਕ ਜਾਵੇ ਤੁਮ ਗਾਲ। ਇਹ ਨਾ ਹੋਵੇ ਕਿ ਇਹ ਕਿਤੇ ਲੁਕ ਜਾਣ, ਭੱਜ ਜਾਣ ਤੇ ਬਾਬਾ ਤਾਰਾ ਸਿਆਂ ਲੜਾਈ ਤੇਰੇ ਗਲ ਪਏ ਤੇ ਤੂੰ ਮਾਰਿਆ ਜਾਵੇਂ। ਸਿੰਘ ਕਈ ਇਹ ਸਿੰਘ ਨੇ ਚੋਰ। ਬਾਬੇ ਤਾਰਾ ਸਿੰਘ ਨੇ ਜਵਾਬ ਦਿੱਤਾ, ਉਹ ਚੌਧਰੀ ਸਾਹਿਬ ਰਾਏ ਮੂੰਹ ਸੰਭਾਲ ਕੇ ਬੋਲੀ, ਸਾਡੇ ਸਿੰਘ ਚੋਰ ਨਹੀਂ ਹਨ, ਇਹ ਚੋਰ ਨਹੀਂ। ਚੋਰ ਤੂੰ ਹੀ ਚਰਾਵੇਂ ਖੇਤੀ ਕਰ ਜੋਰ। ਇਹ ਚੋਰ ਨਹੀਂ, ਚੋਰ ਤੂੰ ਹੈ ਜਿਹੜਾ ਆਪਣੇ ਜ਼ੋਰ ਨਾਲ ਸਿੰਘਾਂ ਦੀ ਖੇਤੀ ਚਰਾਉਣਾ। ਚੋਰ ਤੂੰ ਹੋਇਆ ਕਿ ਇਹ ਹੋਏ? ਸਿੰਘਾਂ ਦੇ ਖੇਤ ਚਰਾ ਦੇਣਾ, ਫਸਲ ਪੁੱਤਰਾਂ ਵਾਂਗੂ ਪਾਲਦੇ ਨੇ ਜ਼ਿਮੀਂਦਾਰ, ਤੇ ਤੂੰ ਸਿੰਘਾਂ ਦੀ ਫਸਲ ਜਾ ਕੇ ਚਰਾ ਦਿੰਦਾ ਘੋੜੀਆਂ ਨਾਲ। ਚੋਰ ਤੂੰ ਹੈ ਕਿ ਇਹ ਨੇ? ਇਹ ਨਹੀਂ ਚੋਰ, ਤੂੰ ਚੋਰ ਹੈ ਚੌਧਰੀ ਸਾਹਿਬ ਰਾਏ। ਕਰ ਇਨਸਾਫ ਲਏ ਤੈਨੂੰ ਲੂਟ। ਇਹਨਾਂ ਨੇ ਇਨਸਾਫ ਕੀਤਾ, ਤੈਨੂੰ ਲੁੱਟ ਲਿਆ। ਹਿਸਾਬ ਕਿਤਾਬ ਲਾ ਲੈ, ਤੂੰ ਕਿੰਨੀ ਫਸਲ ਤਬਾਹ ਕੀਤੀ ਹੋਣੀ ਪਿਛਲੇ 5-7 ਮਹੀਨਿਆਂ 'ਚ। ਉਹ ਫਸਲ ਦੇ ਕਿੰਨੇ ਪੈਸੇ ਆਉਣੇ ਸੀ, ਕਿੰਨੀ ਆਮਦਨ ਆਉਣੀ ਸੀ, ਉਹਦਾ ਹਿਸਾਬ ਲਾ ਲੈ। ਉਹਨਾਂ ਨੇ ਤੇ ਆਪਣਾ ਹੱਕ ਹੀ ਲਿਆ, ਤੇਰੀਆਂ ਘੋੜੀਆਂ ਲੈ ਕੇ ਵੇਚ ਕੇ ਆਪਣੇ ਪੈਸੇ ਪੂਰੇ ਕਰ ਲਏ। ਤੂੰ ਉਹਨਾਂ ਨੂੰ ਚੋਰ ਕਿਹੜੀ ਗੱਲੇ ਬਣਾਉਣਾ? ਹਾਂਜੀ, ਹਮਰੀ ਜਿੰਦ ਤੇ ਨਵਾਬ ਕਿਆ ਲੈ ਕੂਟ। ਤੇ ਰਹੀ ਗੱਲ ਤੂੰ ਲਾਹੌਰ ਦੇ ਨਵਾਬ ਦੀ ਕਰਦਾ, ਸਾਡੀ ਜਿੰਦ ਨੂੰ ਕੁੱਟ ਕੇ ਉਹਨੇ ਸਾਡੇ ਕੋਲੋਂ ਕੀ ਕੱਢਣਾ, ਕੀ ਲੈਣਾ? ਦੋਹਰਾ ये तो हमने ही मिथी सिर तुरकन लाए गोदे। ਇਹ ਤਾਂ ਮੈਂ ਪਹਿਲਾਂ ਹੀ ਮਿਥੀ ਬੈਠਾ ਵੀ ਤੂੰ ਹੁਣ ਸਾਹਿਬ ਰਾਏ ਚੌਧਰੀ ਕੱਲ ਦੀ ਬਜਾਏ ਮੈਂ ਕਹਿਣਾ ਹੁਣੇ ਜਾ। ਖਰਚਾ ਚਾਹੀਦਾ ਰਾਹ ਵਾਸਤੇ ਤਾਂ ਮੇਰੇ ਕੋਲੋਂ ਲੈ ਜਾ। ਰੁਕੀ ਨਾ, ਸਿੱਧਾ ਲਾਹੌਰ ਦੇ ਦਰਬਾਰ 'ਚ ਪਹੁੰਚ ਗਏ, ਉੱਥੇ ਜਾ ਕੇ ਮੇਰੇ ਖਿਲਾਫ ਪੁਕਾਰ ਕਰ ਤੇ ਉਹ ਫੌਜਾਂ ਲਿਆਵੇ ਤੇ ਮੈਂ ਲੜ ਕੇ ਸ਼ਹੀਦੀ ਪਾਵਾਂ। ਮੈਂ ਤਾਂ ਇਹ ਮਿਥੀ ਬੈਠਾ। ਹਾਂਜੀ, ਲੁਕ ਭੱਜ ਕੇ ਨੈ ਬਚੇ ਹਮ ਮਰੇ ਬਹੁਤਨ ਸੰਗ ਲੇ। ਜੇ ਤੂੰ ਆਖੇ ਵੀ ਮੈਂ ਇੱਥੋਂ ਕਿਤੇ ਲੁਕ ਜਾਗਾ ਜਾਂ ਭੱਜ ਜਾਗਾ ਤੇ ਉਹ ਤੇਰਾ ਭੁਲੇਖਾ ਹੈ।
ਜੇ ਤੂੰ 2000 ਲਿਆਵੇਂਗਾ ਨਾ ਤੇ 2000 ਚੋਂ 1000 ਨੂੰ ਮਾਰ ਕੇ ਮਰਨ ਦਾ ਪ੍ਰਣ ਕਰਦਾ ਮੈਂ। ਤੇ ਜੇ ਤੂੰ 1000 ਬੰਦਾ ਲਿਆਵੇਂ ਤੇ ਅੱਧੇ ਕ ਮਾਰ ਕੇ ਫਿਰ ਮਰਨ ਦਾ ਪ੍ਰਣ ਰੱਖਦਾ। ਜੇ 500 ਲਿਆਵੇਂ ਤਾਂ 250 ਉਹਦੇ ਚੋਂ ਮਾਰਾਂਗਾ। ਇਹ ਹੁਣ ਤੂੰ ਵੇਖਣਾ ਵੀ ਤੂੰ ਕਿੰਨੀ ਫੌਜ ਲੈ ਕੇ ਆਉਣੀ ਆ ਚੜਾ ਕੇ। ਮੈਂ ਬਹੁਤਿਆਂ ਨੂੰ ਮਾਰ ਕੇ ਮਰਾਂਗਾ। ਚੌਪਈ ਵਧਤੀ ਵਧਤ ਗੱਲ ਵੱਧ ਗਈ, ਗੱਲ ਵਧਦੀ ਵਧਦੀ ਵੱਧ ਗਈ। ਬੁਰੀ ਸਾਇਤ ਪਰ ਸਿੰਘਨ ਆਈ, ਸਿੰਘਾਂ ਤੇ ਔਖਾ ਸਮਾਂ ਆਉਣਾ ਸੀ। ਜੱਟ ਜਾਂ ਪੱਟੀ ਫਰਿਆਦੇ ਕਰੀ। ਇਹ ਚੌਧਰੀ ਸਾਹਿਬ ਰਾਏ ਘਰ ਨਹੀਂ ਗਿਆ ਨਸ਼ਹਿਰੇ ਪੰਨੂਆਂ, ਇਹ ਸਿੱਧਾ ਪੱਟੀ ਗਿਆ। ਪੱਟੀ ਦੇ ਨਵਾਬ ਕੋਲ ਜਾ ਕੇ ਨੇ ਪੁਕਾਰ ਕੀਤੀ, ਤੁਮ ਇਹਾਂ ਬੈਠੇ ਸੁਖ ਸੋ ਕਰੀ। ਕਹਿਣ ਲੱਗਾ ਨਵਾਬ ਸਾਹਿਬ ਹਾਏ ਦੁਹਾਈ, ਤੂੰ ਇੱਥੇ ਸੁੱਖ ਨਾਲ ਬੈਠਾ, ਸਕੂਨ ਨਾਲ ਬੈਠਾ, ਕਿਵੇਂ ਤੈਨੂੰ ਸਕੂਨ ਆ ਗਿਆ? ਹਮ ਤੋ ਲੀਨੇ ਸਿੰਘਨ ਉਗਰਾਏ, ਸਾਨੂੰ ਤਾਂ ਸਿੰਘਾਂ ਨੇ ਉਗਰਾ ਲਿਆ। ਵੇਖੋ ਗੱਲ ਕਿਵੇਂ ਬਣਾਈ, ਆਪਣੀ ਕਰਤੂਤ ਨਹੀਂ ਦੱਸਦਾ। ਕਹਿੰਦਾ ਮੇਰੇ ਕੋਲੋਂ ਤਾਂ ਸਿੰਘ ਉਗਰਾਈ ਕਰਕੇ ਲੈ ਗਏ, ਯਾਨੀ ਕਿ ਜਿਹੜਾ ਟੈਕਸ ਮੈਂ ਤੈਨੂੰ ਦੇਣਾ ਸੀ ਉਹ ਸਿੰਘ ਲੈ ਗਏ ਨੇ ਮੇਰੇ ਕੋਲੋਂ। ਹਮ ਤੋ ਟਕੇ ਇੱਕ ਹੀ ਦੇ ਥਾਏ, ਹੁਣ ਦੱਸ ਕਿ ਤੈਨੂੰ ਟਕੇ ਦਿਆਂ ਕਿ ਸਿੰਘਾਂ ਨੂੰ ਦਿਆਂ? ਅਸੀਂ ਦੋ ਦੋ ਘਰਾਂ ਵਿੱਚ ਕਿਵੇਂ ਟਕੇ ਤਾਰੀਏ? ਤੇਰਾ ਢਿੱਡ ਭਰੀਏ ਕਿ ਸਿੰਘਾਂ ਦਾ ਭਰੀਏ? ਅਸੀਂ ਤਾਂ ਇੱਕ ਥਾਂ ਹੀ ਦੇ ਸਕਨੇ ਆ। ਜਾਂ ਤੂੰ ਬਣ ਜਾ ਸਾਡਾ ਰਹਿਬਰ, ਯਾਨੀ ਕਿ ਮਾਲਕ ਬਣ ਜਾ ਮੈਂ, ਜਾਂ ਸਿੰਘਾਂ ਨੂੰ ਆਪਣਾ ਮਾਲਕ ਬਣਾ ਲਾ। ਅਸੀਂ ਦੋਹਰੇ ਥਾਂ ਤੇ ਟਕੇ ਕਿਉਂ ਭਰੀਏ? ਸੁਨ ਹਾਕਮ ਤਿਸ ਲੱਗ ਗਈ ਆਗ, ਸੁਣ ਕੇ ਪੱਟੀ ਦੇ ਹਾਕਮ ਨੂੰ ਅੱਗ ਲੱਗ ਗਈ ਵੀ ਮੇਰੇ ਹੁੰਦਿਆਂ ਮੇਰੇ ਇਲਾਕੇ 'ਚ ਦੂਜਾ ਕੌਣ ਟਕੇ ਉਗਰਾ ਜੇ ਟੈਕਸ ਲੈ ਜੇ? ਮਾਲਕ ਮੈਂ ਬੈਠਾ। ਸੁਤੋ ਸ਼ੇਰ ਜਨ ਉਨਿਓ ਜਾਗ, ਕਹਿੰਦੇ ਮਾਨੋ ਜਿਵੇਂ ਸੁੱਤਾ ਸ਼ੇਰ ਜਾਗ ਪਿਆ ਹੋਵੇ, ਏਦਾਂ ਗੁੱਸੇ 'ਚ ਆਇਆ। ਤੋ ਪੁੱਛਿਓ ਹਾਕਮ ਸਿੰਘ ਹੈ ਕਿਤ ਥਾਏ, ਪੱਟੀ ਦਾ ਨਵਾਬ ਪੁੱਛਦਾ, ਕਹਿੰਦਾ ਕਿੱਥੇ ਨੇ ਉਹ ਸਿੰਘ ਜਿਹੜੇ ਤੈਨੂੰ ਉਗਰਾ ਕੇ ਲੈ ਗਏ ਨੇ? ਕਹੀ ਜੱਟ ਜੈ ਬੁਟਰਨ ਰਾਏ, ਕਹਿਣ ਲੱਗਾ ਜੀ ਵਾਂ ਪਿੰਡ ਆ ਜਿਹੜਾ ਬੁੱਟਰਾਂ ਦਾ ਪਿੰਡ ਆ ਨਾ, ਵਾਂ ਉੱਥੇ ਰਹਿੰਦੇ ਨੇ ਤਾਰਾ ਸਿੰਘ ਦੇ ਕੋਲ। ਤੈਂ ਬਇਓ ਤਾਰਾ ਸਿੰਘ ਬੂੰਗੋ ਚਣਾਏ, ਉੱਥੇ ਤਾਰਾ ਸਿੰਘ ਆਪਣਾ ਬੂੰਗਾ ਚਣਾ ਕੇ ਬੈਠਾ ਹੋਇਆ। ਦਿਓ ਰੋਲ ਉਨ ਗਿਰਦੇ ਪਾਏ, ਉਹਨੇ ਰੌਲਾ ਪਾਇਆ ਸਾਰੇ ਪਾਸੇ ਇਲਾਕੇ 'ਚ। ਰੋਜ਼ ਕਿਤੇ ਨਾ ਕਿਤੇ ਮੁੱਠ ਭੇੜ ਹੁੰਦੀ ਆ ਉਹਦੀ, ਰੋਜ਼ ਕਿਤੇ ਨਾ ਕਿਤੇ ਲੜਾਈ ਹੁੰਦੀ ਆ। ਉਹਨੇ ਤਾਂ ਉੱਥੇ ਫਤੂਰ ਪਾਇਆ ਹੋਇਆ, ਤੂੰ ਇੱਥੇ ਪੱਟੀ 'ਚ ਬੈਠਾ ਹੈ। ਤੋ ਹਾਕਮ ਉਸ ਪੁੱਛੀ ਸਲਾਹ, ਫਿਰ ਹਾਕਮ ਪੁੱਛਦਾ ਪੱਟੀ ਦਾ, ਕਹਿਣ ਲੱਗਾ ਚੌਧਰੀ ਨੂੰ, ਕਿਤਕ ਜਮਈਅਤ ਹੈ ਤੈਂ ਪਾਏ। ਕਹਿੰਦਾ ਕਿੰਨਾ ਕੁ ਕੁਝ ਆ ਉਹਦੇ ਕੋਲ ਜ਼ਖੀਰਾ? ਜਿਹੜਾ ਐਡਾ ਯੋਧਾ ਤੂੰ ਦੱਸਦਾ ਉਹਦੇ ਕੋਲ ਕਿੰਨਾ ਕੁ ਸਬਾਬ ਹੈ? ਉਹਨੇ ਕਿੰਨਾ ਕੁ ਜ਼ਖੀਰਾ ਇਕੱਠਾ ਕੀਤਾ ਹੋਇਆ ਆਪਣੇ ਕੋਲ? ਜੱਟ ਕਈ ਉਸ ਪੈ ਗੜੀ ਨਾਈ। ਚੌਧਰੀ ਕਹਿੰਦਾ ਡਰੋ ਨਾ ਹਾਕਮ ਸਾਹਿਬ, ਉਹਦੇ ਕੋਲ ਕੋਈ ਕਿਲਾ ਥੋੜੀ ਆ, ਬੂੰਗਾ ਹੀ ਆ ਛੋਟਾ ਜਿਹਾ ਬਣਾਇਆ, ਉਹਦੇ ਕੋਲ ਕੋਈ ਗੜੀ ਜਾਂ ਕਿਲਾ ਨਹੀਂ। ਦੋ ਇੱਕ ਚੁਬਾਰੇ ਹੈ ਉਨ ਪਾਈ, ਉਹਨੇ 2-3 ਚੁਬਾਰੇ ਜੇ ਉੱਥੇ ਬਣਾਏ ਹੋਏ ਨੇ ਆਪਣੇ ਰਹਿਣ ਲਈ। 10-20 ਸਿੰਘ ਤੋਂ ਸਦ ਹੀ ਰਹੇ, ਤੇ 10-20 ਸਿੰਘ ਤਾਂ ਉਹਦੇ ਕੋਲ ਹਮੇਸ਼ਾ ਹਰ ਵੇਲੇ ਹੀ ਰਹਿੰਦੇ ਨੇ, ਉਹ ਵੀ ਸਾਰੇ ਲੜਾਕੇ ਨੇ। 10 ਪੰਚ ਔਰ ਪੀ ਆਵੇਂ ਜਹੀਂ, 15-20 ਤਾਂ ਪੱਕੇ ਰਹਿੰਦੇ ਨੇ, ਕਦੇ 10 ਪੰਜ ਆ ਗਏ ਤੇ ਕਦੇ ਚਲੇ ਗਏ, ਏਦਾਂ ਵੀ ਉਹਦੇ ਡੇਰੇ ਤੇ ਰਹਿੰਦਾ ਹੈ। ਕਿਸ ਨੇਜੋ ਕਿਸ ਪੈ ਤਲਵਾਰ, ਕਿਸੇ ਕੋਲ ਨੇਜਾ ਤੇ ਕਿਸੇ ਕੋਲ ਤਲਵਾਰ ਹੈ। ਕੋਈ ਰਹੇ ਤੈਂ ਬਿਨ ਹਥਿਆਰ, ਕਈਆਂ ਕੋਲ ਹਥਿਆਰ ਵੀ ਕੋਈ ਨਹੀਂ, ਬਿਨਾਂ ਹਥਿਆਰ ਤੋਂ ਵੀ ਰਹਿੰਦੇ ਨੇ। ਸੁਨ ਹਾਕਮ ਚੜਿਓ ਪੱਟੀਓ ਤਾਏ, ਸੁਣ ਕੇ ਪੱਟੀ ਦਾ ਹਾਕਮ ਚੜਿਆ ਪੱਟੀ ਤੋਂ। ਮੋਰੇ ਤੋਰਿਓ ਕਰ ਸਾਹਿਬ ਰਾਏ, ਸਾਹਿਬ ਰਾਏ ਚੌਧਰੀ ਨੂੰ ਆਪਣੇ ਮੂਹਰੇ ਟੋਰ ਲਿਆ। 80 ਪਿਆਦੇ 25 ਅਸਵਾਰ, ਇਹਨੇ 80 ਪੈਦਲ ਤੇ 25 ਘੋੜ ਸਵਾਰ ਉਹ ਸਿਪਾਹੀ ਆਪਣੇ ਨਾਲ ਲਏ। ਤੋਰੇ ਤੋਰੋਂ ਕਰਤ ਮਾਰੋ ਮਾਰ, 80 ਤੇ 25 ਦਾ ਮਤਲਬ ਹੋ ਗਿਆ ਵੀ 105 ਸਿਪਾਹੀ ਆਪਣੇ ਨਾਲ ਲੈ ਕੇ, ਕੁਝ ਕੁ ਸਾਹਿਬ ਰਾਏ ਚੌਧਰੀ ਦੇ ਨਾਲ ਹੋਣਗੇ, ਉਹਨਾਂ ਨੂੰ ਨਾਲ ਲੈ ਕੇ ਪੱਟੀਓਂ ਵਾਂ ਵਾਲੇ ਪਿੰਡ ਵਾਂ ਨੂੰ ਟੁਰ ਪਿਆ। ਦੋਹਰਾ
ਫੁਰਤੀ ਤੇ ਵੈ ਆਇਓ ਮਤ ਸਿੰਘਨ ਸੁਨ ਨੱਠ ਜਾਏ। ਬੜੀ ਫੁਰਤੀ ਨਾਲ ਕਾਲਾ ਕਾਲਾ ਆਇਆ ਚੱਲ ਕੇ ਪੱਟੀ ਦਾ ਨਵਾਬ, ਕਿਤੇ ਸਿੰਘ ਭੱਜ ਨਾ ਜਾਣ ਮੇਰੀ ਆਉਣ ਦੀ ਖਬਰ ਸੁਣ ਕੇ। ਏਦਾਂ ਕਾਲੀ ਕਾਲੀ, ਉੱਥੇ ਕਿਹੜਾ ਕੋਈ ਭੱਜਣ ਵਾਲਾ ਸੀ। ਬਾਬਾ ਤਾਰਾ ਸਿੰਘ ਤੇ ਆਪ ਸੱਦਦਾ ਸੀ, ਆ ਜਾਓ। ਉਹ ਤਾਂ ਸੁਨੇਹ ਭੇਜਦਾ ਸੀ ਵੀ ਜੇ ਖਰਚਾ ਖੁਰਚਾ ਕੋਈ ਨਹੀਂ ਉਹ ਵੀ ਲੈ ਜਾਓ ਮੇਰੇ ਕੋਲੋਂ, ਖਰਚਾ ਵੀ ਦੇ ਦੇਣਾ ਤਾਂ ਵੀ ਆ ਜਾਓ। ਉਹ ਤਾਂ ਇਹੋ ਜਿਹਾ ਯੋਧਾ ਸੀ। ਇਹਨਾਂ ਨੇ ਸੋਚਿਆ ਵੀ ਕਿਤੇ ਭੱਜ ਨਾ ਜਾਣ, ਦੌੜਿਆ ਆਵੇ ਪੱਟੀ ਦਾ ਨਵਾਬ। ਲਈਓ ਗੋ ਘੇਰ ਸਵੇਰ ਤੋਂ ਦਈਓ ਗੋ ਲਾਹੌਰ ਪਹੁੰਚਾਏ। ਇਹਨੇ ਰਾਤ ਨੂੰ ਹੀ ਹਮਲਾ ਬੋਲਿਆ, ਕਹਿੰਦਾ ਰਾਤੋਂ ਰਾਤ ਹੀ ਘੇਰ ਕੇ ਤੇ ਜਿਉਂਦਿਆਂ ਨੂੰ ਫੜ ਕੇ ਲਾਹੌਰ ਲੈ ਕੇ ਜਾਵਾਂਗਾ ਤੇ ਲਾਹੌਰ ਲਿਜਾ ਕੇ ਨਵਾਬ ਦੇ ਕੋਲੋਂ ਇਨਾਮ ਲਵਾਂਗਾ। ਪੱਟੀ ਦਾ ਹਾਕਮ ਇਹ ਸੋਚਦਾ ਫਿਰਦਾ ਵੀ ਰਾਤੋਂ ਰਾਤ ਜਾਵਾਂ, ਘੇਰਾ ਪਾ ਕੇ ਜਿਉਂਦਿਆਂ ਨੂੰ ਫੜ ਲਵਾਂ। ਉਹ ਕਿੱਥੇ ਕਾਬੂ ਆਉਂਦੇ ਆ ਜਿਉਂਦੇ। ਹਾਂਜੀ, ਚੌਪਈ ਇਬ ਬਗੇਲ ਸਿੰਘ ਬਾਣੀ ਭੋਗ ਪਾਇਓ। ਅੰਮ੍ਰਿਤ ਵੇਲੇ ਦਾ ਸਮਾਂ ਸੀ ਜਦੋਂ ਪੱਟੀ ਦਾ ਹਾਕਮ ਆਇਆ ਨਾ ਇੱਧਰ ਨੂੰ ਵਾਹ ਪਿੰਡ, ਤੇ ਇੱਧਰ ਭਾਈ ਬਗੇਲ ਸਿੰਘ ਜੀ ਨੇ ਅੰਮ੍ਰਿਤ ਵੇਲੇ ਨਿਤਨੇਮ ਦਾ ਭੋਗ ਪਾਇਆ। ਬਾਣੀ ਪੜ੍ਹਦੇ ਸਿੰਘ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੁੰਦੇ ਸੀ। ਬਾਬਾ ਤਾਰਾ ਸਿੰਘ ਜੀ ਵੀ, ਸਾਰੇ ਸਿੰਘ ਜਿਹੜੇ ਰਹਿੰਦੇ ਸੀ ਵਾਂ ਡੇਰੇ ਵਿੱਚ, ਸਾਰੇ ਤਿਆਰ ਬਰ ਤਿਆਰ ਹੋ ਕੇ ਬਾਣੀ ਪੜ੍ਹਦੇ। ਭਾਈ ਬਗੇਲ ਸਿੰਘ ਜਿਹੜੇ ਘੋੜੀਆਂ ਲੈ ਕੇ ਦੇ ਕੇ ਆਏ ਸੀ ਲਖਮੀਰ ਸਿੰਘ ਸੰਧੂ ਨੂੰ ਘਰਿਆਲੇ, ਉਹ ਸਵੇਰੇ ਸਵੇਰੇ ਜਦੋਂ ਬਾਣੀ ਪੜ੍ਹ ਕੇ ਉਹਨਾਂ ਨੇ ਭੋਗ ਪਾਇਆ ਨਿਤਨੇਮ ਦਾ, ਕਰ ਅਰਦਾਸ ਸਿੰਘ ਜੰਗਲ ਤਾਇਓ। ਅਰਦਾਸ ਕਰਕੇ ਤੇ ਭਾਈ ਬਗੇਲ ਸਿੰਘ ਜੀ ਬਾਹਰ ਜੰਗਲ ਪਾਣੀ ਨੂੰ ਚਲੇ ਗਏ। ਆਵਤ ਫੌਜ ਤੁਰਕ ਨਦਰ ਉਸ ਆਈ। ਜਦੋਂ ਜੰਗਲ 'ਚ ਗਏ ਤੇ ਅੱਗੇ ਕੀ ਵੇਖਿਆ, ਜੰਗਲ ਪਾਣੀ ਕਰਕੇ ਇਹਨਾਂ ਨੂੰ ਥੋੜੀ ਥੋੜੀ ਲੋ ਜੀ ਲੱਗਣ ਲੱਗ ਪਈ। ਕੀ ਵੇਖਿਆ ਵੀ ਤੁਰਕਾਂ ਦੀਆਂ ਫੌਜਾਂ ਆ ਰਹੀਆਂ ਨੇ। ਥੀ ਤੁਰਕਨ ਸਿਰ ਸਿੰਘਨ ਆਵਾਈ। ਪਤਾ ਸੀ ਭਾਈ ਬਗੇਲ ਸਿੰਘ ਹੋਣਾ ਨੂੰ ਵੀ ਅੱਜ ਨਹੀਂ ਤਾਂ ਕੱਲ ਤੁਰਕਾਂ ਨੇ ਆਉਣਾ ਹੀ ਆਉਣਾ। ਉਹ ਤਾਂ ਹਮਲਾ ਕਰਕੇ ਆਉਣਗੇ। ਚੌਧਰੀ ਸਾਹਿਬ ਰਾਏ ਕਿੱਥੇ ਟਲਣ ਵਾਲਾ ਸੀ, ਇਹ ਭਾਈ ਬਗੇਲ ਸਿੰਘ ਹੋਣਾ ਨੂੰ ਪਤਾ ਸੀ। ਹੱਥ ਨੇ ਜੋ ਉਸ ਗਾਤਰੇ ਤਲਵਾਰ। ਉੱਥੇ ਹੀ ਗੜਵਾ ਜਲ ਦਾ ਨਾਲ ਸੀ, ਹੱਥ ਤਗੜੇ ਕੀਤੇ ਤੇ ਗਾਤਰੇ ਤਲਵਾਰ ਵੀ ਨਾਲ ਹੀ ਸੀ, ਨੇਜਾ ਵੀ ਨਾਲ ਹੀ ਸੀ, ਬਰਛਾ ਵੀ। ਐਨ ਤਿਆਰ ਬਰ ਤਿਆਰ ਹੋ ਕੇ ਰਹਿੰਦੇ ਸੀ ਸਿੰਘ। ਸਮਾਂ ਇਹੋ ਜਿਹਾ ਸੀ ਔਖਾ। ਗਾਤਰੇ ਤਲਵਾਰ ਵੀ ਹੈ ਤੇ ਹੱਥ ਦੇ ਵਿੱਚ ਨੇਜਾ ਰਹਿ ਕੇ ਤਿਆਰ ਬਰ ਤਿਆਰ ਹੋ ਗਏ। ਗੜੋ ਜਲ ਦੂਏ ਹੱਥ ਸੋਚ ਵਾਰ। ਤੇ ਕਹਿੰਦੇ ਇੱਕ ਹੱਥ ਦੇ ਵਿੱਚ ਗੜਵਾ ਸੀ ਜਲ ਵਾਲਾ, ਸੁਚੇਤੇ ਗਏ ਸਨ, ਤੇ ਉਹ ਗੜਵਾ ਜਲ ਵਾਲਾ ਦੂਜੇ ਹੱਥ ਵਿੱਚ। ਵੇਖ ਸਿੰਘ ਚਿਤ ਮਤਾ ਮਤਾਇਆ। ਜਦੋਂ ਵੇਖਿਆ ਵੀ ਤੁਰਕ ਆਉਂਦੇ ਆ ਵਾਂ ਪਿੰਡ ਨੂੰ ਜਾ ਰਹੇ ਨੇ, ਵੇਖ ਕੇ ਭਾਈ ਬਗੇਲ ਸਿੰਘ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ, ਅਬ ਖਬਰ ਕਰਨ ਜਾਉ ਜੇ ਪਿਛਲੇ ਦਾਇਆ। ਕਹਿੰਦੇ ਜੇ ਹੁਣ ਮੈਂ ਪਿੱਛੇ ਭੱਜ ਕੇ ਗਿਆ ਪਿੰਡ 'ਚ ਬਾਬਾ ਜੀ ਦੇ ਬੂੰਗੇ ਤੇ ਖਬਰ ਦੇਣ ਵਾਸਤੇ, ਸਿੰਘ ਕਹੇਂਗੇ ਡਰ ਮੁੜੇ ਆਇਆ। ਯੋਧਾ ਸੀ ਬਗੇਲ ਸਿੰਘ, ਤੇ ਕਹਿੰਦੇ ਸਿੰਘ ਆਖਣਗੇ ਵੀ ਡਰ ਕੇ ਦੌੜ ਆਇਆ ਸਾਡੇ ਵੱਲ। ਵੇਖੋ ਭਾਈ ਬਗੇਲ ਸਿੰਘ ਕਹਿੰਦੇ ਜੇ ਪਿੱਛੇ ਗਿਆ ਤੇ ਪਿੰਡ 'ਚ ਖਬਰ ਦੇਣ ਗਿਆ ਨਾ ਬਾਬਾ ਜੀ ਦੇ ਕੋਲ ਡੇਰੇ ਤੇ ਕਿਤੇ ਸਿੰਘ ਇਹ ਨਾ ਆਖਣ ਵੀ ਡਰਦਾ ਆ ਗਿਆ ਦੌੜ ਕੇ। ਇਨ ਨੇ ਹੀ ਥੋ ਦੰਗੋ ਉਠਾਇਆ। ਆਖਣਗੇ ਲੜਾਈ ਵੀ ਇਹਦੇ ਕਰਕੇ ਹੀ ਹੋਈ ਆ। ਇਹ ਆਖਣਗੇ ਨਾ ਸਿੰਘ ਵੀ ਲੜਾਈ ਦਾ ਮੂਲ ਤਾਂ ਬਗੇਲ ਸਿੰਘ ਹੀ ਆ, ਘੋੜੀਆਂ ਹੀ ਲਿਆਇਆ ਖੋਲ ਕੇ ਸਾਹਿਬ ਰਾਏ ਦੀਆਂ। ਹਾਂਜੀ, ਉਨ ਕੋ ਖਬਰ ਆਪੇ ਹੋਏ ਆਊਗੋ। ਕਹਿੰਦੇ ਹੁਣ ਉੱਥੇ ਜਾਣ ਦੀ ਬਜਾਏ ਕੱਲਾ ਹੀ ਲਲਕਾਰਾਂ ਇਹਨਾਂ ਨੂੰ ਇੱਥੇ ਰੋਕਾਂ। ਜਦੋਂ ਠਾ ਠਈ ਹੋਵੇਗੀ, ਕੋਈ ਗੋਲੀ ਚੱਲੇਗੀ, ਕੋਈ ਤਲਵਾਰ ਨੇਜਾ ਚੱਲੇਗਾ, ਉਹ ਦਰਵਾਜ਼ ਪਹੁੰਚ ਜਾਏਗੀ, ਸਿੰਘਾਂ ਨੂੰ ਆਪੇ ਹੀ ਖਬਰ ਹੋ ਜਾਣੀ। ਉਹ ਆਪੇ ਤਿਆਰ ਬਰ ਤਿਆਰ ਹੋ ਜਾਣਗੇ, ਨਾਲੇ ਉਹਨਾਂ ਨੂੰ ਥੋੜਾ ਜਿਹਾ ਸਮਾਂ ਵੀ ਮਿਲ ਜਾਏਗਾ ਤਿਆਰ ਬਰ ਤਿਆਰ ਹੋਣ ਲਈ। ਮਾਰ ਕੂਟ ਜਬ ਜੰਗ ਕੀ ਪਾਓਗੋ। ਜਦੋਂ ਇੱਥੇ ਮਾਰ ਕੂਟ ਹੋਵੇਗੀ ਜੰਗ ਦੀ ਤੇ ਆਪੇ ਉੱਥੇ ਆਵਾਜ਼ ਪਹੁੰਚ ਜਾਣੀ ਹੈ। ਉਨ ਦਿਓ ਲਲਕਾਰੋ ਤੁਰਕਨ ਬੁਲਾਏ। ਉਹ ਤੁਰਕ ਜਾ ਰਹੇ, ਥੋੜਾ ਥੋੜਾ ਜਿਹਾ ਹਨੇਰਾ ਜਿਹਾ ਸੀ। ਭਾਈ ਬਗੇਲ ਸਿੰਘ ਜੀ ਪੱਟੀ ਦੇ ਹਾਕਮ ਦੇ ਸਾਹਮਣੇ ਆ ਕੇ ਇੱਕਦਮ ਝਾੜ ਜੇ ਚੋਂ ਬਾਹਰ ਨਿਕਲ ਕੇ ਕਹਿੰਦੇ, ਉਹ ਠਹਿਰੋ ਹਾਕਮਾ, ਕਿੱਧਰ ਚੱਲਿਆ? ਲਲਕਾਰਿਆ ਉਹਨਾਂ ਨੂੰ, ਲਲਕਾਰਿਆ। ਕੱਲਾ ਸਿੰਘ, ਕਿੱਡੀ ਦਲੇਰੀ, 100 ਸਵਾ 100 ਬੰਦਾ ਤੇ ਕੱਲਾ ਲਲਕਾਰਿਆ।
ਕਿਉਂਕਿ ਕਲਗੀਧਰ ਨੇ ਉਹ ਪੌਲ ਛਕਾਈ ਹੈ ਜਿਸ ਨੂੰ ਛੱਕ ਕੇ ਭਾਈ ਦਇਆ ਸਿੰਘ ਨੇ ਕਿਹਾ ਸੀ ਮਹਾਰਾਜ ਲਾਹੌਰ ਤੇ ਹੱਲਾ ਕਰੀਏ ਕਿ ਦਿੱਲੀ ਤੇ। 1.25 लाख से एक लड़ाऊं तब गोबिंद सिंह नाम कहाऊं। ਕੱਲਾ ਯੋਧਾ ਡਟ ਗਿਆ। ਫਿਰ ਉਹ ਵੀ ਉਹ ਸ਼ਸਤਰਧਾਰੀ ਨੇ ਸਾਰੇ, ਇਹ ਨੇ ਵੀ ਬਿਨਾਂ ਸ਼ਸਤਰਾਂ ਤੋਂ ਨੇ। ਸ਼ਸਤਰਧਾਰੀ ਇਹ ਵੀ ਹੈ, ਇਹਦੇ ਇੱਕ ਹੱਥ ਵਿੱਚ ਨੇਜਾ ਤੇ ਗਾਤਰੇ ਤਲਵਾਰ ਹੈ, ਇੱਕ ਹੱਥ ਵਿੱਚ ਗੜਵਾ ਫੜਿਆ ਹੋਇਆ ਹੈ। ਤੁਮ ਤੁਰਿਓ ਅੱਗੇ ਹਮ ਬਾਤ ਸੁਨਾਏ। ਉਹ ਕਹਿਣ ਲੱਗੇ ਵੀ ਹਾਂਜੀ ਤੁਮ ਤੁਰਿਓ ਅੱਗੇ ਹਮ ਬਾਤ ਸੁਨਾਏ। ਲਲਕਾਰਾ ਮਾਰਿਆ, ਉਹ ਕਿੱਧਰ ਮੂੰਹ ਚੁੱਕਿਆ ਤੁਰੇ ਜਾਂਦੇ ਹੋ, ਠਹਿਰੋ ਪਹਿਲਾਂ ਮੇਰੇ ਨਾਲ ਗੱਲ ਕਰਕੇ ਜਾਓ। ਸੋ ਸਾਹਿਬ ਰਾਏ ਲਿਓ ਪਛਾਣ। ਉਹ ਸਾਹਿਬ ਰਾਏ ਚੌਧਰੀ ਵੀ ਨਾਲ ਸੀ, ਉਹਨੇ ਸਿਆਣ ਲਿਆ, ਪਛਾਣ ਲਿਆ ਭਾਈ ਬਘੇਲ ਸਿੰਘ ਨੂੰ। ਕਹਿਓ ਹਾਕਮੈ ਮਤੇ ਪਾਏ ਜਾਣ। ਕਹਿੰਦਾ ਹਾਕਮ ਸਾਹਿਬ ਇਹੀ ਆ ਉਹ ਬੰਦਾ ਕਲੇਸ਼ ਦੀ ਜੜ, ਇਹਨੇ ਹੀ ਮੇਰੀਆਂ ਘੋੜੀਆਂ ਖੋਈਆਂ ਨੇ, ਕਾਬੂ ਆ ਗਿਆ ਕੱਲਾ, ਇਹਨੂੰ ਪਹਿਲਾਂ ਫੜੋ, ਇਹਨੂੰ ਨਾ ਜਾਣ ਦਿਓ। ਇਹ ਹੈ ਸਿੰਘਨ ਮੈਂ ਬੜੀ ਬਿਆਦ। ਇਹਨਾਂ ਸਾਰੇ ਸਿੰਘਾਂ ਵਿੱਚ ਇਹੀ ਸਭ ਤੋਂ ਵੱਡੀ ਬਿਆਦੀ ਹੈ। ਇਸ ਇੱਕ ਮਾਰੇ ਹੋਏ ਜੈ ਹੈ ਆਦ। ਇਹਨੂੰ ਕੱਲੇ ਨੂੰ ਇੱਥੇ ਮਾਰ ਦਿਓ, ਬਾਕੀ ਸਾਰੇ ਅੱਧੇ ਮਾਰੇ ਜਾਣਗੇ ਉੱਥੇ। ਯਹੀ ਚੋਰ ਹੈ ਘੋੜੀ ਅਨਵਾਰੋ। ਇਹੀ ਸਾਡੀਆਂ ਘੋੜੀਆਂ ਦਾ ਚੋਰ ਹੈ ਸਿੰਘਾਂ ਮਦ ਬੜੋ ਖੁਆਰੋ। ਇਹ ਸਾਰੇ ਸਿੰਘਾਂ 'ਚ ਵੱਡਾ ਯੋਧਾ ਕਹਾਉਂਦਾ ਉਹਨਾਂ 'ਚ, ਇਹ ਵੱਡਾ ਸੂਰਮਾ ਉਹਨਾਂ ਦਾ। ਦੋਹਰਾ ਤੋ ਹਾਕਮ ਹੱਲਾ ਕੀਓ ਮਤ ਸਿੰਘ ਪਾਵੇ ਜਾਣ। ਹਾਕਮ ਨੇ ਸਿਪਾਹੀਆਂ ਨੂੰ ਕਿਹਾ ਹੱਲਾ ਕਰੋ, ਇਹਨੂੰ ਕਿਤੇ ਚਲਾ ਨਾ ਜਾਏ, ਭੱਜ ਨਾ ਜਾਏ, ਇਹਨੂੰ ਕਾਬੂ ਕਰੋ ਬਘੇਲ ਸਿੰਘ ਨੂੰ। ਸਿੰਘ ਪੀ ਅੱਗਿਓਂ ਕੁੱਦ ਪਇਓ ਤੈਂ ਹੀ ਮਚ ਗਿਓ ਕਾਣ। ਅੱਗੋਂ ਭਾਈ ਬਘੇਲ ਸਿੰਘ ਵੀ ਕੁੱਦ ਕੇ ਆ ਗਏ। ਨੇਜਾ ਸੀ ਜਿਹੜਾ ਆਇਆ, ਫੜ ਕੇ ਨੇਜੇ ਨਾਲ ਪਰੋ ਦਿੱਤਾ ਭਾਈ ਬਘੇਲ ਸਿੰਘ ਨੇ। ਏਦਾਂ ਪੰਜਾਂ ਚਾਰਾਂ ਨੂੰ ਕਹਿੰਦੇ ਨੇਜੇ ਨਾਲ ਹੀ ਪਰੋ ਦਿੱਤਾ। ਤੋਂ ਬੜੀ ਸੂਰਬੀਰਤਾ ਨਾਲ ਭਾਈ ਬਘੇਲ ਸਿੰਘ ਜੀ ਲੜ ਰਹੇ ਨੇ। ਉਧਰ ਭਾਈ ਤਾਰਾ ਸਿੰਘ ਵਾਂ ਦੇ ਕੋਲ ਵੀ ਆਵਾਜ਼ ਪਹੁੰਚੀ, ਗੋਲੀ ਚੱਲੀ, ਪਰ ਹਾਕਮ ਜਿਹੜਾ ਸੀ ਪੱਟੀ ਦਾ, ਇਹਨੂੰ ਮੂੰਹ ਦਿਖਾ ਕੇ ਮੁੜਨਾ ਪਿਆ, ਜ਼ੋਰ ਨਹੀਂ ਚੱਲਿਆ, ਬੰਦੇ ਮਰਵਾ ਲਏ ਆਪਣੇ। ਇਹਨੇ ਵੇਖਿਆ ਵੀ ਹੁਣ ਇਹ ਮੇਰੇ ਕਾਬੂ ਨਹੀਂ ਆਉਂਦੇ, ਲਾਹੌਰ ਪਹੁੰਚਿਆ। ਲਾਹੌਰ ਜਾ ਕੇ ਉੱਥੋਂ ਫੌਜਾਂ ਚੜਾ ਕੇ ਲਿਆ ਰਿਹਾ ਵਾਂ ਪਿੰਡ ਬਾਬਾ ਤਾਰਾ ਸਿੰਘ ਹੋਣਾ ਤੇ। ਬਾਬਾ ਜੀ ਨੇ ਲੜ ਕੇ ਜਿਵੇਂ ਸ਼ਹੀਦੀਆਂ ਪਾਈਆਂ ਨੇ, ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਹੈ। ਉਹਨਾਂ ਹਠੀਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਅਰਦਾਸਾਂ ਵਿੱਚ ਆਪਾਂ ਰੋਜ਼ ਸਿਮਰਦੇ ਹਾਂ, ਉਹਨਾਂ ਦੀ ਉਹ ਸ਼ਹੀਦੀ ਦਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਨਾਸੀ ਅਗਨਾਸ। ਹੇ ਪੁਰਨ ਹੈ ਸਰਬ ਮੈਂ ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਪੀਓ ਅਣਹਾਰੇ। ਹੇ
संतह कै सदा संग। निधारा आधार हे ठाकुर हो दासरो, मैं निर्गुण गुण नहीं कोई। नानक दीजै नाम परा दान। कोई है परोई। आए प्रभ शरणागति, कृपा निध दयाल। एक अखर हर मन बस्त। नानक होत निहाल। वाहिगुरु नाम जहाज है, चढ़े सो तेरे पार। जो शरदा कर सेवंदे। गुर पारे उतार निहार। वाहिगुरु नाम जहाज है, चढ़े सो तेरे पार। जो शरदा कर सेवंदे। गुर पारे उतार निहार। वाहिगुरु जी का खालसा, वाहिगुरु जी की फतेह।